ਅੱਜ ਫਿਰ ਸਾਡੇ ਚੈਨਲ YouTube 2% ਵਾਲੇ ਦਾ ਤੁਹਾਡਾ ਸਵਾਗਤ ਹੈ। ਪਿਛਲੀ ਵੀਡੀਓ ਵਧੀਆ ਤੁਸੀਂ ਪਿਆਰ ਦਿੱਤਾ ਹੈ, ਇਸ ਲਈ ਅੱਜ ਅਸੀਂ ਇੱਕ ਇਸ ਵਿਸ਼ੇ ਤੇ ਵੀਡੀਓ ਬਣਾ ਰਹੇ ਹਾਂ ਜਿਹੜੇ ਤੇ ਕਿ ਛੇਤੀ ਕੋਈ ਬਣਾ ਕੇ ਖੁਸ਼ ਨਹੀਂ ਹੁੰਦਾ। ਆਲ ਇੰਡੀਆ ਲੈਵਲ ਦੇ ਬੰਦਿਆਂ ਲਈ ਹੈ ਇਹ। ਇੰਡੀਆ ਵਿੱਚ ਜਿੰਨੇ ਬਾਰਡਰ ਨੇ ਉਹਦੀ ਸਿਕਿਉਰਿਟੀ ਆਪਣੀ ਆਰਮੀ ਕਰਦੀ ਹੈ, BSF ਕਰਦੀ ਹੈ, ਆਮ ਇਨਸਾਨ ਦੀ ਪਬਲਿਕ ਦੀ। ਉਸ ਤੋਂ ਬਾਅਦ ਦੂਸਰੇ ਨੰਬਰ ਤੇ ਜਿਹੜੇ ਲੋਕਲ ਲੋਕ ਰਹਿ ਰਹੇ ਆ, ਇਹਨਾਂ ਦੀ ਜਾਨ ਮਾਲ ਦੀ ਰਾਖੀ ਲੋਕਲ ਤੌਰ ਤੇ ਸਥਾਨਕ ਸੂਬਾ ਸਰਕਾਰਾਂ, ਪੁਲਿਸ ਸਰਕਾਰਾਂ ਕਰਦੀਆਂ ਨੇ। ਤੇ ਲੇਕਿਨ ਇੱਕ ਇਸ ਤਰ੍ਹਾਂ ਦਾ ਮਹਿਕਮਾ ਜਿਹਦੀ ਕੋਈ ਸਿਕਿਉਰਿਟੀ ਨਹੀਂ ਕਰਦਾ। ਉਸ ਮਹਿਕਮੇ ਤੋਂ ਬਿਨਾਂ ਕਿਸੇ ਵੀ ਕੰਪਨੀ 'ਚ ਕੋਈ ਬੰਦਾ 100 ਬੰਦਾ ਕੰਮ ਕਰਦਾ ਹੈ, 150 ਬੰਦਾ, 200, 400, 1000 ਬੰਦਾ ਕੰਮ ਕਰਦਾ, ਉਹਨਾਂ ਲਈ ਸਰਕਾਰ ਦੀਆਂ ਪਾਲਿਸੀਆਂ ਨੇ। ESI ਬਣਾਇਆ ਜਾਂਦਾ, ਉਹਨਾਂ ਦਾ ਇੰਸ਼ੋਰੈਂਸ ਬਣਾਈ ਜਾਂਦੀ ਹੈ, ਫੰਡ ਕੱਢਦੇ ਆ ਉਹਨਾਂ ਨੂੰ। 60 ਸਾਲ ਤੋਂ ਬਾਅਦ ਕੁਛ ਨਾ ਕੁਛ % ਸੈਲਰੀ ਦਾ ਬੈਨੀਫਿਟ ਜਾਂ ਉਹਨਾਂ ਲਈ ਪੈਨਸ਼ਨ ਦਾ ਬੰਦੋਬਸਤ ਹੁੰਦਾ ਹੈ। ਪਰ ਜਿਹੜੇ ਮੈਂ ਇੱਕ ਮਹਿਕਮੇ ਦੀ ਗੱਲ ਕਰ ਰਿਹਾ, ਤੁਸੀਂ ਸਾਰੇ ਜਾਣਦੇ ਹੋ ਉਸ ਮਹਿਕਮੇ ਨੂੰ। ਉਸ ਵਿੱਚ ਆਲ ਇੰਡੀਆ 'ਚ ਤਕਰੀਬਨ 22 ਤੋਂ 23 ਕਰੋੜ ਬੰਦਾ ਕੰਮ ਕਰ ਰਿਹਾ ਹੈ। ਬਸ ਸਿਰਫ ਇੱਕ ਉਹ ਮਹਿਕਮਾ ਇਸ ਤਰ੍ਹਾਂ ਦਾ ਹੈ ਕਿ ਜਿਹਨੂੰ ਹਰੇਕ ਬੰਦਾ ਚੰਗੀ ਨਜ਼ਰ ਨਾਲ ਨਹੀਂ ਦੇਖਦਾ। ਉਹ ਮਹਿਕਮਾ ਕਿਹੜਾ ਹੈ ਜੀ? ਉਹ ਮਹਿਕਮਾ ਹੈ ਡਰਾਈਵਿੰਗ। ਤੁਸੀਂ ਕੁਛ ਵੀ ਖਾਂਦੇ ਹੋ, ਕੁਛ ਵੀ ਪੀਂਦੇ ਹੋ, ਕੁਛ ਵੀ ਪਹਿਨਦੇ ਹੋ, ਕਿਤੇ ਵੀ ਜਾਂਦੇ ਹੋ, ਫਰੂਟ ਖਾਣਾ ਹੈ ਤਾਂ ਉਹ ਵੀ ਡਰਾਈਵਰ ਲੈ ਕੇ ਆਉਂਦਾ। ਤੁਸੀਂ ਕੱਪੜੇ ਪਾਉਣੇ ਹੈ, ਉਹ ਵੀ ਡਰਾਈਵਰ ਟਰਾਂਸਪੋਰਟ ਰਾਹੀਂ ਲੈ ਕੇ ਆਉਂਦਾ। ਤੁਸੀਂ ਕੁਛ ਵੀ ਜੁੱਤੇ ਪਹਿਨਣੇ ਆ ਆਪਦੇ, ਤੁਸੀਂ ਸਰੀਰ ਲਈ, ਘਰ ਲਈ, ਕੁਛ ਮਕਾਨ ਬਣਾਉਣਾ ਹੈ, ਹਰ ਥਾਂ ਤੇ ਡਰਾਈਵਰ ਰਿਲੇਟਿਵ ਹੈ ਤੁਹਾਡੀ ਜ਼ਿੰਦਗੀ ਵਿੱਚ। ਹਰ ਕੰਮ ਲਈ ਡਰਾਈਵਰ ਕਿਸੇ ਨਾ ਕਿਸੇ ਤਰੀਕੇ ਰਿਲੇਟਿਵ ਹੈ। ਜਮੈਟੋ ਖਾਣਾ ਮੰਗਾਉਣਾ, ਜਮੈਟੋ ਰਾਹੀਂ ਉਹ ਵੀ ਡਰਾਈਵਰ ਲੈ ਕੇ ਆਉਣਾ। ਤੁਸੀਂ ਟੈਕਸੀ 'ਤੇ ਕਿਤੇ ਜਾਣਾ ਹੈ, ਬੱਸ 'ਤੇ ਕਿਤੇ ਜਾਣਾ ਹੈ, ਟਰੱਕ 'ਤੇ ਕਿਤੇ ਜਾਣਾ, ਟ੍ਰੇਨ 'ਤੇ ਕਿਤੇ ਜਾਣਾ, ਹਰ ਥਾਂ 'ਤੇ ਡਰਾਈਵਰ ਰਿਲੇਟਿਵ ਹੈ। ਪਰ ਡਰਾਈਵਰ ਲਈ ਆਲ ਇੰਡੀਆ ਤੌਰ 'ਤੇ 22-23 ਕਰੋੜ ਡਰਾਈਵਰ ਸੜਕਾਂ 'ਤੇ ਤੁਰਿਆ ਫਿਰਦਾ ਹੈ। ਇੰਡੀਆ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ, ਪਰ ਉਹਦੇ ਲਈ ਸਰਕਾਰ ਵੱਲੋਂ ਹਾਲੇ ਤੱਕ ਕੋਈ ਪਾਲਿਸੀ ਨਹੀਂ ਹੈ। ਇਸ ਲਈ ਮੇਰੇ ਨਾਲ ਅੱਜ ਇੱਕ ਆਲ ਇੰਡੀਆ ਯੂਨੀਅਨ ਦੇ ਆਲ ਡਰਾਈਵਰ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਨੇ ਸੁਰਿੰਦਰ ਪ੍ਰਸਾਦ ਜੀ। ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ। ਇਹਨਾਂ ਦੇ ਕੁਝ ਮੰਗਾਂ ਨੇ ਸਰਕਾਰ ਲਈ। ਹੋਰ ਜੀ ਸੁਰਿੰਦਰ ਜੀ, ਕੀ ਹਾਲ ਨੇ? ਧੰਨਵਾਦ ਜੀ। ਸਾਡੇ ਵੀਰ ਨੇ ਡਰਾਈਵਰ ਭਰਾਵਾਂ ਦੀ ਆਵਾਜ਼ ਚੁੱਕੀ ਹੈ। ਮੈਂ ਦਿਲੋਂ ਧੰਨਵਾਦ ਕਰਦਾ ਤੁਹਾਡਾ ਹਰਪ੍ਰੀਤ ਸਿੰਘ ਜੀ ਦਾ। ਬਹੁਤ ਸਾਰੀ ਜਾਣਕਾਰੀਆਂ ਜਿਹੜੀਆਂ ਹੈਗੀਆਂ ਅੱਜ ਤੁਹਾਨੂੰ ਮੈਂ ਸਾਡੇ ਵੀਰ ਦੇ ਰਾਹੀਂ, ਹਰਪ੍ਰੀਤ ਸਿੰਘ ਰਾਹੀਂ, ਆਪਣੇ ਵੱਲੋਂ ਰਾਹੀਂ ਮੈਂ ਤੁਹਾਨੂੰ ਜ਼ਰੂਰ ਦੇਵਾਂਗਾ। ਇਹਨਾਂ ਦੀਆਂ ਜੀ ਕੁਝ ਮੰਗਾਂ ਨੇ। ਜਿਵੇਂ ਇਹਨਾਂ ਮੈਨੂੰ ਪੇਪਰ ਦਿੱਤਾ ਹੈ, ਭਾਰਤ ਦੇ ਸਾਰੇ ਚਾਲਕਾਂ ਲਈ ਦੇ ਮੰਗ ਪੱਤਰ, ਸਾਰੇ ਡਰਾਈਵਰਾਂ ਵੱਲੋਂ ਮੰਗ ਪੱਤਰ ਹੈ ਇਹ। ਨੰਬਰ 1 ਤੇ ਦੇਸ਼ ਦੇ 22 ਕਰੋੜ ਚਾਲਕਾਂ ਨੂੰ ਨਿਆਂ ਦਿਵਾਉਣ ਲਈ ਰਾਸ਼ਟਰੀ ਚਾਲਕ ਆਯੋਗ, ਪ੍ਰਦੇਸ਼ ਚਾਲਕ ਆਯੋਗ ਦਾ ਗਠਨ ਕੀਤਾ ਜਾਣਾ ਚਾਹੀਦਾ। ਰਾਈਟ। ਲੋਕਾਂ ਨੂੰ ਮਹਿਕਮੇ ਤੇ ਤੁਹਾਡੇ ਗੱਲ ਵਿੱਚ ਰੋਕਣਾ, ਆਯੋਗ ਕਿਉਂ ਚਾਹੀਦਾ? ਜਿਵੇਂ ਮਹਿਲਾ ਆਯੋਗ ਬਣਿਆ ਹੋਇਆ, ਜਿਵੇਂ ਚੁਣਾਵ ਆਯੋਗ ਬਣਿਆ ਹੋਇਆ, ਇਹ ਇਹਨਾਂ ਦੇ ਸੁਰੱਖਿਆ ਲਈ ਬਣਿਆ ਹੋਇਆ। ਡਰਾਈਵਰ ਦੇ ਸੁਰੱਖਿਆ ਲਈ ਕੋਈ ਵੀ ਐਸਾ ਕਾਰਿਆਲੇ ਭਾਰਤ ਦੇ ਵਿੱਚ ਮੌਜੂਦ ਨਹੀਂ ਨੇ। ਡਰਾਈਵਰ ਨੇ ਜਿਹੜੇ ਉਹ ਪੁਲਿਸ ਚੌਕੀ ਜਾਂ ਨਿਆਂਪਾਲਿਕਾ ਦੇ ਦਰਵਾਜ਼ੇ ਖਟਖਟਾਉਂਦੇ ਨੇ, ਪਰ ਉੱਥੋਂ ਵੀ ਨਿਰਾਸ਼ਾ ਇਹਨਾਂ ਨੂੰ ਜੁੱਤੀ ਘਿਸ ਜਾਂਦੀ ਹੈ। ਤੇ ਇਸ ਕਰਕੇ ਡਰਾਈਵਰ ਵਾਸਤੇ ਵੀ ਉਜਵਲ ਜਾਂ ਉਹਦੇ ਉਜਵਲ ਭਵਿੱਖ ਦੇ ਵਾਸਤੇ ਇੱਕ ਡਰਾਈਵਰ ਆਯੋਗ ਦੀ ਸਥਾਪਨਾ ਹੈ, ਜੇ ਕਿ ਕੋਈ ਵੀ ਡਰਾਈਵਰ ਜਿਹੜਾ ਹੈਗਾ ਆਪਣੇ ਕਾਰਿਆਲੇ ਦੇ ਵਿੱਚ ਜਾ ਕੇ ਆਪਣੀ ਮੰਗਾਂ ਨੂੰ, ਆਪਣੀ ਦੁੱਖ ਨੂੰ, ਆਪਣੀ ਪੀੜਾ ਨੂੰ ਦੱਸ ਸਕੇ। ਨੰਬਰ 2 ਤੇ ਹੈ ਜੀ, ਪਿਛਲੇ 1 ਦਸ਼ਕ ਤੋਂ ਰਾਸ਼ਟਰ ਭਾਸ਼ਾ ਪ੍ਰਤੀ ਵਰਸ਼ 1 ਸਤੰਬਰ ਨੂੰ ਰਾਸ਼ਟਰੀ ਚਾਲਕ ਦਿਵਸ ਮਨਾਇਆ ਆ ਰਿਹਾ ਹੈ। 1 ਸਤੰਬਰ ਦਾ ਮਤਲਬ ਹੁੰਦਾ ਕਿ 10 ਸਾਲਾਂ ਤੱਕ। ਹਾਂਜੀ ਹਾਂਜੀ। ਇਸ ਲਈ 1 ਸਤੰਬਰ ਨੂੰ ਸਰਕਾਰ ਦੀ ਤੌਰ ਤੋਂ ਰਾਸ਼ਟਰੀ ਡਰਾਈਵਰ ਦਿਵਸ ਦੀ ਘੋਸ਼ਣਾ ਕਰੀ ਜਾਵੇ। ਜਿਵੇਂ ਆਪਾਂ ਦੇਖਦੇ ਹਾਂ ਮਦਰ ਡੇ ਹੋ ਗਿਆ, ਫਾਦਰ ਡੇ ਹੋ ਗਿਆ, ਜਿਹੜਾ ਤੁਹਾਡੀਆਂ ਹਰ ਜ਼ਿੰਦਗੀ 'ਚ ਤੁਹਾਨੂੰ ਹਰ ਰੋਜ਼ ਕੁਛ ਨਾ ਕੁਛ ਚਾਹੀਦਾ, ਉਹ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹੈ। ਬਿਲਕੁਲ ਬਿਲਕੁਲ। ਉਹਦੇ ਲਈ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ 1 ਸਾਲ ਦੇ ਵਿੱਚ 1 ਦਿਨ ਤਾਂ ਚਾਹੇ ਤੁਸੀਂ ਕੰਮ ਕਰੀ ਜਾਓ, ਉਹਦੇ ਨਾਲ 1 ਦਿਨ ਛੁੱਟੀ ਵੀ ਨਾ ਕਰੋ। ਸਰਕਾਰ ਨੂੰ ਇਹ ਹੈ ਵੀ ਛੁੱਟੀ ਵੀ ਨਾ ਕਰੋ, ਕੋਈ ਨਹੀਂ, ਕੰਮ ਨਹੀਂ ਰੁਕਣਾ ਚਾਹੀਦਾ ਕਿਸੇ ਦਾ। ਸਿਰਫ 1 ਦਿਨ ਡਰਾਈਵਰ ਡੇ ਹੋਣਾ ਚਾਹੀਦਾ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਡਰਾਈਵਰ ਦੀ ਆਮ ਸਾਡੀ ਜ਼ਿੰਦਗੀ ਵਿੱਚ ਵੈਲਿਊ ਕੀ ਹੈ। ਨੰਬਰ 3, ਡਰਾਈਵਰਾਂ ਦੀ ਹਰ ਸਾਲ 3 ਸਾਲ ਬਾਅਦ ਜਿਹੜਾ ਜੋ ਲਾਇਸੈਂਸ ਬਣਦਾ ਹੈ
ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਇਹ ਸਰਕਾਰ ਨੇ ਪੂਰੇ ਕਰਤਾ, ਇਹ ਲਾਈਨ ਪੂਰੀ ਕਰਤੀ ਹੈ ਸਰਕਾਰ, ਯਾਨੀ ਕਿ 3 ਸਾਲ ਦਾ ਲਾਇਸੈਂਸ ਹੁਣ ਜਿਹੜਾ ਹੈਗਾ 5 ਸਾਲ ਦਾ ਸਰਕਾਰ ਨੇ ਕਰਤਾ। ਠੀਕ ਹੈ ਜੀ, ਇਹ ਬਹੁਤ ਵਧੀਆ ਕੀਤਾ ਸਰਕਾਰ ਨੇ 5 ਸਾਲ ਦਾ ਕਰਤਾ। ਹਾਂਜੀ। ਇੱਕ ਹੋਰ ਆਈ ਬਹੁਤ ਵਧੀਆ ਮੰਗ ਦੱਸੀ ਇਹਨਾਂ ਨੇ, ਰਾਸ਼ਟਰ ਭਾਰਤ 'ਚ ਆਲ ਇੰਡੀਆ 'ਚ ਚਾਲਕ ਜਿਹੜੀ ਦੁਰਘਟਨਾ ਵਿੱਚ ਅਪੰਗ ਹੋ ਜਾਂਦਾ ਹੈ ਤਾਂ ਉਹਦੇ ਲਈ ਸਰਕਾਰ ਨੂੰ ਇਹਨਾਂ ਦੀ ਮੰਗ ਹੈ ਵੀ 10 ਲੱਖ ਮੁਆਵਜ਼ਾ ਹੋਣਾ ਚਾਹੀਦਾ ਹੈ, ਜਾਂ ਚਾਲਕ ਦੀ ਕੋਈ ਮੌਤ ਹੋ ਜਾਂਦੀ ਆ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਪ੍ਰਦਾਨ ਕੀਤਾ ਜਾਵੇ। ਇਹ ਤੁਹਾਡੀ ਮੈਂ ਵਿੱਚੋਂ ਗੱਲ ਕੱਟ ਰਿਹਾ, ਗੱਲ ਸਹੀ ਹੈ ਤੁਹਾਡੀ ਮੰਗਣੀ, ਪਰ ਇਹਦੇ ਲਈ ਮੈਂ ਇੱਕ ਅਗਲੀ ਵੀਡੀਓ ਬਣਾ ਰਿਹਾ ਜੀ ਜੀ। ਉਹਦੇ ਵਿੱਚ ਇਸ ਤਰ੍ਹਾਂ ਦੇ ਪੁਆਇੰਟ ਨੇ, ਇਹ ਸਮਝ ਲਓ ਵੀ ਤੁਹਾਡਾ ਹੱਲ ਸਰਕਾਰ ਨੂੰ ਕਹਿਣ ਤੋਂ ਬਿਨਾ ਹੈ। ਜੀ ਜੀ। ਇਹ ਗੱਲ 4 ਨੰਬਰ ਪੁਆਇੰਟ ਹੈ ਤੁਹਾਡਾ। ਇਹ ਮੈਂ ਜਿਹੜੀ ਅਗਲੀ ਵੀਡੀਓ ਇੰਸ਼ੋਰੈਂਸ ਤੇ ਬਣਾਉਣੀ ਹੈ ਉਹਦੇ ਵਿੱਚ ਆਪਣਾ ਕਵਰ ਹੁੰਦਾ ਹੈ। मैं बिल्कुल ਤੁਹਾਡੀ ਗੱਲ ਸਹੀ है, पर मैं एक्चुअली क्या ड्राइवर ने वो बहुत गरीब परिवार गांव घर पिंड देहात पहाड़ां 'ਚ ਆਉਂਦੇ ਨੇ, ਉਹ ਨਿਆਂਪਾਲਿਕਾ ਦੇ ਦਰਵਾਜ਼ੇ ਖਟਖਟਾਉਣ ਦੇ ਇੰਨੇ ਕਾਬਿਲ ਨਹੀਂ ਹੁੰਦੇ ਨੇ। ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਦੇਹਾਂਤ ਹੋ ਜਾਂਦੀ ਹੈ, ਉਹਨਾਂ ਦੇ ਮਾਂ ਬਚ ਜਾਂਦੀ ਹੈ ਜਾਂ ਉਹਨਾਂ ਦੇ ਵਾਈਫ ਬਚ ਜਾਂਦੀ ਹੈ ਜਾਂ ਭੈਣ ਬਚ ਜਾਂਦੀ ਹੈ, ਉਹ ਨਿਆਂਪਾਲਿਕਾ ਦੇ ਜਿਹੜਾ ਹੈਗਾ ਉਹ ਦਰਵਾਜ਼ੇ ਨਹੀਂ ਖਟਖਟਾ ਪਾਉਂਦੇ ਨੇ। ਮੈਂ ਇਸੇ ਕਰਕੇ ਸਰਕਾਰ ਤੋਂ ਮੰਗ ਕਰਦਾ ਕਿ ਲਾਇਸੈਂਸ ਜਦੋਂ ਕਮਰਸ਼ੀਅਲ ਲਾਇਸੈਂਸ ਜਿਹੜਾ ਭਾਰਤ ਸਰਕਾਰ ਜਾਂ ਰਾਜ ਸਰਕਾਰ ਇਸ਼ੂ ਕਰਦਾ ਤੇ ਉਹਦੇ ਵਿੱਚ ਹੀ ਇਨਕਲੂਡ ਹੋਵੇ, ਯਾਨੀ ਕਿ ਡੈਥ ਸਰਟੀਫਿਕੇਟ ਲਗਾਓ ਔਰ ਕਮਰਸ਼ੀਅਲ ਲਾਇਸੈਂਸ ਜਿਹੜਾ ਹੈ ਸਰਕਾਰ ਨੂੰ ਦਿਓ, ਤਾਂ ਕਿ ਉਹਦੀ ਫੈਮਿਲੀ ਨੂੰ ਕੋਈ ਵੀ ਆਦਮੀ ਜਾ ਕੇ ਆਪਣੇ ਸਰਕਾਰ ਤੋਂ ਜਾਂ ਰਾਜ ਸਰਕਾਰ ਤੋਂ ਆਪਣੀ ਜਿਹੜਾ ਕਰਿਆਲੇ ਬਣਿਆ ਹੋਊਗਾ ਉਹ ਕਰਿਆਲੇ ਦੇ ਵਿੱਚ ਆਪਣਾ ਜਿਹੜਾ ਹੈਗਾ ਮੁਆਵਜ਼ਾ ਲੈ ਸਕਦਾ। ਗੱਲ ਕਰੀਏ ਕਿ ਇੰਸ਼ੋਰੈਂਸ ਦੀ, ਇੰਸ਼ੋਰੈਂਸ ਜ਼ਿਆਦਾਤਰ ਦੇਖਣ 'ਚ ਸਾਡੀ ਜਿਹੜੀ ਵੈਰੀਫਿਕੇਸ਼ਨ ਹੋਈ ਹੈ, ਜਾਣਕਾਰੀਆਂ ਹੋਈਆਂ, ਜਿਹੜੇ ਗਾੜੀ ਮਾਲਕ ਨੇ ਜਾਂ ਟਰਾਂਸਪੋਰਟਰ ਨੇ ਜਾਂ ਜਿਹੜੇ ਓਨਰ ਨੇ ਉਹ ਡਰਾਈਵਰ ਦੀ ਜਿਹੜੀ इंश्योरेंस दे पैसा है वो खा जाते हैं, वो ड्राइवर तक पहुँचन ही नहीं देंगे। ड्राइवर क्योंकि एक अनपढ़ थोड़ा सा कम पढ़ा लिखा होता है और उस करके वो न्याय पाने में बड़ा असमर्थ रहता है। तो मेरा एक सिंपल सा सरकार से मांग है, डिमांड है कि जदों सरकार ड्राइवर की कमर्शियल लाइसेंस इशू कर रही है उसी टाइम में ही उसकी बीमा, चाहे वो ड्राइवर से पैसा लिता जाए। मैं ये नहीं कह रहा कि अपने घर तो सरकार देवे, जे मैं ड्राइवर देकर 5000 तनखा लाइसेंस बनाने खर्चा पै रहा तो सरकार ਉਹਨੂੰ 1000-2000 ਐਕਸਟਰਾ ਲੈ ਲਿਓ, ਪਰ ਬੀਮਾ ਨਾਲ ਕਰਕੇ ਦੇਵੇ ਜਿੰਨੇ ਦਿਨ ਤੁਹਾਡਾ ਲਾਇਸੈਂਸ। ਗੱਡੀ ਤੇ ਆਪਾਂ ਰੋਡ ਟੈਕਸ ਲੈਣ ਸਾਰ ਹੋ ਜਾਂਦਾ ਹੈ। ਹਾਂਜੀ ਹਾਂਜੀ। ਰੋਡ ਟੈਕਸ ਆਪਾਂ ਗੱਡੀ ਕੋ ਨਵੀਂ ਕਢਾਉਣਾ ਉਹ ਤੇ ਰੋਡ ਟੈਕਸ ਗੱਡੀ ਲੈਣ ਤੇ ਚਾਹੇ ਰੋਡ ਤੇ ਚਲਾਓ, ਚਾਹੇ ਘਰੇ ਖੜੀ ਬੰਬ ਨਾਲ ਲਾ ਦਿਓ, ਤੋੜ ਦਿਓ, ਪਰ ਰੋਡ ਟੈਕਸ ਨੂੰ ਦੇਣਾ ਹੀ ਪੈਣਾ, ਦੇਣਾ ਹੀ ਪੈਣਾ। ਇਸੇ ਤਰ੍ਹਾਂ ਉਹਦੇ ਲਈ ਇੱਕ ਮੁਸ਼ਤ ਹਾਂਜੀ ਪ੍ਰਬੰਧ ਹੋਵੇ, ਉਹਦੇ ਪ੍ਰਬੰਧ ਹੋ। ਇਹ ਸਰਕਾਰ ਸੇ ਹਮਾਰੀ ਡਿਮਾਂਡ ਹੈ। ਨੰਬਰ 5 ਹੈ ਜੀ, ਦੇਸ਼ ਭਰ ਦੀਆਂ ਕਾਰਪੋਰੇਸ਼ਨਾਂ ਤੇ ਸਰਕਾਰੀ ਅਦਾਰਿਆਂ 'ਚ ਆਊਟਸੋਰਸਿੰਗ ਠੇਕੇ ਤੇ ਕੰਮ ਕਰ ਰਹੇ ਪ੍ਰੋਫੈਸ਼ਨਲ ਡਰਾਈਵਰਾਂ ਨੂੰ ਬਰਾਬਰ ਦਾ ਤਨਖਾਹ ਰਹਿ ਤਾਂ ਰੈਗੂਲਰ ਕੀਤਾ ਜਾਵੇ। ਇਹ ਗੱਲ ਇਹਨਾਂ ਦੀ ਜਿਹੜੇ ਠੇਕੇ ਤੇ ਕੰਮ ਕਰਦੇ ਡਰਾਈਵਰ ਸਾਡੇ ਯੂਨੀਵਰਸਿਟੀ 'ਚ ਕੰਮ ਕਰਦੇ ਆ, ਹੋਰਾਂ ਮਹਿਕਮੇ ਕੰਟਰੈਕਟ ਬੇਸ ਤੇ ਕੰਮ ਕਰਦੇ ਆ, ਉਹਨਾਂ ਨੂੰ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਲਈ ਵੀ ਥੋੜਾ ਧਿਆਨ ਦੇਵੇ, ਕਿਉਂਕਿ ਉਹ ਇੱਕ ਤਰ੍ਹਾਂ ਸਰਕਾਰ ਦੇ ਅਦਾਰਿਆਂ 'ਚ ਕੰਮ ਕਰ ਰਹੇ ਨੇ। ਉਹਨਾਂ ਨੂੰ ਠੇਕੇ ਤੌਰ ਤੇ ਪ੍ਰਾਈਵੇਟ ਤੌਰ ਤੇ ਬੰਦੇ ਨੇ ਠੇਕੇ ਨਾਲ ਉਹਦੇ ਨੇ ਰੱਖ ਲਿਆ, ਮਹੀਨੇ ਬਾਅਦ ਨਹੀਂ ਪਸੰਦ ਆ ਚੱਲ ਵੀ ਤੂੰ ਗਾਂ ਚੱਲ, ਨਵਾਂ ਬੰਦਾ ਹੋਰ ਆ ਜੂ, ਜਿਹੜਾ ਗਾਂ ਗਿਆ ਬੰਦਾ ਉਹ ਕਿੱਥੇ ਜਾਊਗਾ, ਉਹ ਕਿੱਥੇ ਜਾਊਗਾ। ਬਿਲਕੁਲ। ਨੰਬਰ 7 ਜੀ, ਪੇਸ਼ੇਵਰ ਡਰਾਈਵਰਾਂ ਦੀ ਦੇਸ਼ ਭਰ 'ਚ ਇੱਕ ਰਾਜ ਤੋਂ ਦੂਜੇ ਰਾਜ 'ਚ ਵਾਹਨ ਲੈ ਕੇ ਜਾਂਦੇ ਨੇ। ਅਜਿਹੀ ਸਥਿਤੀ ਵਿੱਚ ਡਰਾਈਵਰ ਤੋਂ ਐਕਸੀਡੈਂਟ ਹੋਣਾ ਨਾਰਮਲ ਹੀ ਹੈ ਕਿ ਕਦੀ ਆਪਾਂ ਕਰਨਾਟਕਾ ਚਲੇ ਗਏ, ਉੜੀਸਾ ਚਲੇ ਗਏ, ਉੱਥੇ ਐਕਸੀਡੈਂਟ ਹੋ ਗਿਆ ਤਾਂ ਉੱਥੇ ਉਹਦੀ ਗ੍ਰਿਫਤਾਰੀ ਹੋ ਜਾਂਦੀ ਹੈ, ਉਸ ਤੋਂ ਬਾਅਦ ਜ਼ਮਾਨਤ ਕਰਾਉਣੀ ਪੈਂਦੀ ਹੈ। ਹੁਣ ਬੰਦਾ ਬੈਠਾ ਉੜੀਸਾ ਬੈਠਾ ਹੈ, ਪਰਿਵਾਰ ਉਹਦਾ ਇੱਥੇ ਹੈ, ਉਹਦੀ ਜ਼ਮਾਨਤ ਕਰਾਉਣ ਲਈ ਉਹਦਾ ਪਰਿਵਾਰ ਉੜੀਸਾ ਜਾਊਗਾ, ਜ਼ਮਾਨਤ ਕਰਾਊਗਾ। ਇਹਨਾਂ ਦੀ ਮੰਗ ਹੈ ਵੀ ਜਿਹੜਾ ਡਰਾਈਵਰ ਦਾ ਲਾਇਸੈਂਸ ਹੈ ਉਹ ਹੁਣ ਆਨਲਾਈਨ ਹੋਏ ਹੈ, ਐਵੀਡੈਂਸ ਉਹਨੂੰ ਹੀ ਮੰਨਿਆ ਜਾਵੇ, ਐਵੀਡੈਂਸ ਉਹਨੂੰ ਮੰਨ ਕੇ ਜ਼ਮਾਨਤ, ਲਾਇਸੈਂਸ ਦੀ ਜ਼ਮਾਨਤ ਦੇਣੀ ਚਾਹੀਦੀ ਹੈ। ਕਿ ਜਿਹੜਾ ਇੱਥੋਂ 2000 ਕਿਲੋਮੀਟਰ ਦੂਰ ਜਾਊਗਾ, ਕਿਸੇ ਨੇ ਹੁਣ 2000 ਕਿਲੋਮੀਟਰ ਇੱਥੋਂ ਜਾ ਰਿਹਾ ਹੈ, ਜਿਹੜੇ ਉੜੀਸਾ 'ਚੋਂ ਇੱਥੇ ਆਏ ਹੈ ਉਹਨਾਂ ਲਈ ਵੀ ਸੇਮ ਪ੍ਰੋਬਲਮ ਹੈ, ਕਰਨਾਟਕਾ 'ਚੋਂ ਮਹਾਰਾਸ਼ਟਰ 'ਚੋਂ ਇੱਥੇ ਆ ਰਹੇ ਬੰਦੇ, ਉਹਨਾਂ ਨੂੰ ਵੀ ਕੋਈ ਗੱਲਬਾਤ ਹੋ ਜਾਂਦੀ ਹੈ, ਪੁਲਿਸ ਫੜ ਕੇ ਅੰਦਰ ਕਰ ਦਿੰਦੀ ਹੈ। ਉਹਨਾਂ ਲਈ ਵੀ ਇਸ ਤਰ੍ਹਾਂ ਦਾ ਹੋਵੇ ਵੀ ਲਾਇਸੈਂਸ ਜਦੋਂ ਆਨਲਾਈਨ ਹੋਇਆ ਹੈ, ਲਾਇਸੈਂਸ ਤੇ ਉਹਨਾਂ ਦੀ ਜ਼ਮਾਨਤ ਹੋਣੀ ਚਾਹੀਦੀ ਹੈ। ਬਿਲਕੁਲ ਸਰ, ਬਿਲਕੁਲ ਬਿਲਕੁਲ ਸਰ। ਡਰਾਈਵਰਾਂ ਨੂੰ 20 ਲੱਖ ਦਾ ਮੈਚੁਰ ਬੀਮਾ ਦਿੱਤਾ ਜਾਣਾ ਚਾਹੀਦਾ ਜੀ। ਡਰਾਈਵਰਾਂ ਨੂੰ ਐਕਸੀਡੈਂਟਲ ਬੀਮਾ ਦਿੱਤਾ ਜਾਵੇ। ਨੰਬਰ 11 ਤੇ ਓਲਾ ਉਬੇਰ ਵਰਗੀਆਂ ਐਪ ਬੇਸਡ ਕੰਪਨੀ ਨੇ ਸਿਰਫ ਕਾਨੂੰਨ ਦੇ ਆਧਾਰ ਸੰਚਾਲਿਤ ਕਰੋ, ਯਾਨੀ ਕਿ ਸਰਕਾਰੀ ਕਾਨੂੰਨ ਦੇ ਆਧਾਰ ਅਧੀਨ ਹੀ ਉਹਨੂੰ ਸੰਚਾਲਨ ਕੀਤਾ ਜਾਵੇ। ਇਹ ਪਤਾ ਕੀ ਹੈ ਜੀ, ਜਿਹੜਾ ਹੁਣ ਓਲਾ ਉਬਰ ਚੱਲਦੇ ਨੇ, ਅਗਲਾ ਜਿਹੜਾ ਜ਼ਮਾਨਾ ਆ ਰਿਹਾ ਹੈ, ਅਗਲੀ ਜਿਹੜੀ ਜਨਰੇਸ਼ਨ ਆ ਰਹੀ ਹੈ, ਟੈਕਨੋਲੋਜੀ ਆ ਰਹੀ ਹੈ, ਉਹਦੇ 'ਚ
ਡਰਾਈਵਰਲੈਸ ਕਾਰਾਂ ਵੀ ਬਣ ਰਹੀਆਂ ਦੁਬਈ ਵਗੈਰਾ 'ਚ ਡਰਾਈਵਰਲੈਸ ਕਾਰਾਂ ਬਣ ਗਈਆਂ। ਓਲਾ ਉਬਰ ਦੀ ਆਪਦੀ ਇੱਕ ਵੀ ਕਾਰ ਨਹੀਂ ਹੈਗੀ, ਪਰ ਉਹ ਦੁਨੀਆ ਵਿੱਚ ਸਾਰੀ 'ਚ ਐਡੀ ਵੱਡੀ ਚਲਾ ਰਹੀ ਹੈ। ਓਯੋ ਕੰਪਨੀ ਹੈ, ਓਯੋ ਕੰਪਨੀ ਦਾ ਆਪਦਾ ਇੱਕ ਵੀ ਹੋਟਲ ਨਹੀਂ ਹੈ, ਪਰ ਲੇਕਿਨ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਹੋਟਲ ਦੀ ਚੇਨ ਚੱਲ ਰਹੀ ਹੈ। ਇਸ ਤਰ੍ਹਾਂ ਦੀਆਂ ਕੰਪਨੀਆਂ ਠੀਕ ਨੇ, ਪਰ ਉਹਨਾਂ ਤੇ ਸਰਕਾਰ ਦਾ ਕੰਟਰੋਲ ਹੋਣਾ ਚਾਹੀਦਾ। कंट्रोल होना चाहिए, मेरा यही मांग है कि हाँ। मेरा कि सरकार ਉਹਦੇ ਪਰ ਕੰਟਰੋਲ ਕਾਨੂੰਨ ਉਹਨਾਂ ਦੇ ਸਰਕਾਰੀ ਸਰਕਾਰ ਕਾਨੂੰਨ ਤੇ ਕੇ ਅਧੀਨ ਉਹਨੂੰ ਸੰਚਾਲਨ ਕੀਤਾ ਉਹਨੂੰ ਜਾਵੇ। ਕੰਟਰੋਲ ਹੋਣਾ ਚਾਹੀਦਾ ਹੈ। ਉਹਨਾਂ ਦੇ ਉੱਪਰ ਜਿੰਨੇ ਵੀ ਮਤਲਬ ਡਰਾਈਵਰ ਕੰਮ ਕਰਦੇ ਆ, ਕਲੀਨਰ ਕੰਮ ਕਰਦੇ ਆ, ਹੋਰ ਮਹਿਕਮਿਆਂ 'ਚ ਕੰਮ ਉਹ ਮਤਲਬ ਉਹਦੇ ਨਾਲ ਰਿਲੇਟਿਵ ਕੰਮ ਕਰਦੇ ਆ, ਉਹਨਾਂ ਦੀ ਵੀ ਲਾਈਫ ਦੀ ਸਿਕਿਉਰਿਟੀ ਹੋਣੀ ਚਾਹੀਦੀ ਹੈ ਕੋਈ ਨਾ ਕੋਈ। ਨੰਬਰ 12 ਤੇ ਡਰਾਈਵਰ ਦਾ ਕਮਿਸ਼ਨ ਬਣਾਓ। ਡਰਾਈਵਰ ਕਮਿਸ਼ਨ ਬਣਾਓ। ਐਮਪੀ ਸੀਟ ਵਿੱਚ ਡਰਾਈਵਰ ਦੀ ਨੁਮਾਇੰਦਗੀ ਕਰਨ ਵਾਲਾ ਡਰਾਈਵਰ ਸਾਈਡ ਦਾ ਇੱਕ ਮੈਂਬਰ। ਹਾਂਜੀ, ਇਹਦੇ ਬਾਰੇ ਚਾਨਣਾ ਦਿਓ ਵੀ ਐਮਪੀ ਸੀਟ ਤੋਂ ਜਿਹੜਾ ਤੁਸੀਂ ਕਹਿ ਰਹੇ ਹੋ। ਇੱਕ ਮਿੰਟ ਤੁਸੀਂ ਇਹਦੇ 'ਚ ਪੜ੍ਹੋ, ਮੈਂ ਦੱਸਦਾ ਕਿੰਨੇ ਨੰਬਰ 'ਤੇ ਹੈ। 13 ਨੰਬਰ ਹੈ। ਹਾਂਜੀ, ਪੜ੍ਹੋ ਕੀ ਕਹਿੰਦੇ। ਇਹਦੇ ਵਿੱਚ ਡਰਾਈਵਰ ਆਯੋਗ ਬਣਾਓ। ਕੀ ਕਹਿੰਦਾ? ਡਰਾਈਵਰ ਆਯੋਗ ਬਣਾਓ। ਤੇ ਇਹਦੇ ਵਿੱਚ ਡਰਾਈਵਰ ਆਯੋਗ ਜਦੋਂ ਬਣੂਗਾ ਨਾ, ਉਹਦੇ ਵਿੱਚ ਡਰਾਈਵਰ ਨੂੰ ਹੀ ਉਹਦੇ ਵਿੱਚ ਸੀਟ ਦਿੱਤੀ ਜਾਵੇ, ਕਿਉਂਕਿ ਡਰਾਈਵਰ ਦੀ ਦਰਦ ਜਿਹੜੀ ਹੈ ਡਰਾਈਵਰ ਨੂੰ ਹੀ ਮਹਿਸੂਸ ਕਰਦਾ। ਹਾਂ, ਸਹੀ ਗੱਲ ਹੈ ਵੀ ਡਰਾਈਵਰ ਦੇ ਆਯੋਗ ਬਣਿਆ ਹੋਵੇ, ਹਾਂ, ਆਯੋਗ ਬਣਾਤਾ ਹੋਵੇ ਕੋਈ ਇਸ ਤਰ੍ਹਾਂ ਦਾ ਮੰਤਰੀ ਜਿਹਨੂੰ ਜਿਹੜਾ ਕਦੀ ਸੀਟ ਤੇ ਬਹਿ ਕੇ ਨਾ ਦੇਖਿਆ ਜਿਹਨੇ, ਉਹਨੂੰ ਡਰਾਈਵਰ ਦੀ ਨੌਲੇਜ ਨਾ ਹੋ। ਤੁਸੀਂ ਡਰਾਈਵਰ ਮਹਿਕਮੇ ਚ ਹੀ ਉਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਸਰਕਾਰ ਬਣਾਤਾ। ਖੇਤੀਬਾੜੀ ਮੰਤਰੀ ਨੇ, ਕਈ ਇਸ ਤਰ੍ਹਾਂ ਦੇ ਇੰਡੀਆ 'ਚ ਮੰਤਰੀ ਨੇ ਜਿਨ੍ਹਾਂ ਨੂੰ ਆਪਦਾ ਉਹ ਮਹਿਕਮੇ ਦਿੱਤੇ ਹੁੰਦੇ ਨੇ, ਹਾਂਜੀ ਹਾਂਜੀ, ਜਿਹੜੇ ਆਪ ਅਨਪੜ੍ਹ ਹੁੰਦੇ ਨੇ, ਪਰ ਦਿੱਤਾ ਹੁੰਦਾ ਸਿਹਤ ਮੰਤਰਾਲਾ। ਹਾਂਜੀ ਹਾਂਜੀ, ਮੇਰਾ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਡਰਾਈਵਰ ਆਯੋਗ ਬਣਾਓ ਔਰ ਕਿਸੇ ਵੀ ਡਰਾਈਵਰ ਪੜ੍ਹੇ ਲਿਖੇ ਨੇ, ਇੰਟੈਲੀਜੈਂਟ ਨੇ, BA ਗ੍ਰੈਜੂਏਸ਼ਨ ਕੀਤੇ ਹੋਏ ਨੇ, ਜਿਹੜਾ ਵੀ ਤੁਸੀਂ ਉਹਦੀ ਪੇਪਰ ਲਓ, ਉਹਦੀ ਇੰਟਰਵਿਊ ਲਓ, ਜਿਹੜਾ ਵੀ ਡਰਾਈਵਰ ਤੁਹਾਨੂੰ ਇੰਟੈਲੀਜੈਂਟ ਲੱਗਦਾ ਉਹਨੂੰ ਡਰਾਈਵਰ ਆਯੋਗ ਦੇ ਵਿੱਚ ਉਹਨੂੰ ਸਥਾਨ ਦਿਓ, ਉਹਨੂੰ ਬਿਠਾਓ, ਕਿਉਂਕਿ ਉਹਨੂੰ ਇੱਕ ਡਰਾਈਵਰ ਦੀ ਹੀ ਵੈਲਿਊ ਆਊਟ ਕਦਰ ਸਮਝ ਸਕਦਾ। ਹੁਣ ਹਰ ਮਹਿਕਮੇ ਵਿੱਚ ਜੀ ਇਹਨਾਂ ਦੀ ਅਗਲੀ ਮੰਗ ਹੈ, ਹਰ ਮਹਿਕਮੇ ਵਿੱਚ ਸਵੇਰੇ 10 ਵਜੇ ਆਫਿਸ ਖੁੱਲ੍ਹਦਾ, 1 ਤੋਂ 2 ਵਜੇ ਲੰਚ ਬ੍ਰੇਕ ਹੋਊਗੀ ਜੀ, 5 ਵਜੇ ਛੁੱਟੀ ਹੋਊਗੀ, ਚਲੋ ਜੀ ਚਲੋ ਘਰ ਨੂੰ। ਚਲੋ ਜੀ। ਹੁਣ ਡਰਾਈਵਰ ਇਸ ਤਰ੍ਹਾਂ ਦਾ ਬੰਦਾ ਹੈ ਜੀ, ਇੱਕ ਉਹ ਸਵੇਰ ਤੋਂ ਉਹਨੂੰ 10 ਵਜੇ ਦਾ ਕੋਈ ਮਤਲਬ ਨਹੀਂ, 5 ਵਜੇ ਦਾ ਕੋਈ ਮਤਲਬ ਨਹੀਂ। ਹੁਣ ਜਿਹੜੇ ਟਰੱਕਾਂ ਦੇ ਬੰਦੇ ਜਾਂਦੇ ਆ, ਸਾਡੇ ਭਰਾ ਜਾਂਦੇ ਆ ਟਰੱਕਾਂ ਤੇ, ਉਹ ਅੱਜ ਤੁਰ ਪਏ, ਇਹ ਨਹੀਂ ਪਤਾ ਵੀ ਘਰੇ ਮੁੜ ਕੇ ਮਹੀਨੇ ਬਾਅਦ ਆਉਂਦੇ ਆ, ਕਿੱਥੇ ਕਿਵੇਂ ਸੌਣਾ, ਕਿੰਨੇ ਉਹਨਾਂ ਨੇ ਅੱਗੇ ਕਿਵੇਂ ਲਗਾਤਾਰ 20-20 25-25 ਘੰਟੇ ਡਰਾਈਵਿੰਗ ਕਰਨੀ ਹੈ। ਇਹ ਬਾਹਰਲੇ ਕੰਟਰੀਆਂ ਰੂਲ ਹੈ ਵੀ ਆਪਾਂ 8 ਘੰਟੇ ਤੋਂ ਉੱਪਰ, ਬਿਲਕੁਲ 8 ਘੰਟੇ ਤੋਂ ਉੱਪਰ ਡਰਾਈਵਿੰਗ ਨਹੀਂ ਕਰ ਸਕਦੇ। ਉਹਦੇ ਨਾਲ ਕੀ ਹੈ ਕਿ ਐਕਸੀਡੈਂਟ ਹੋਣ ਦਾ ਖਤਰਾ ਹੈ। ਐਕਸੀਡੈਂਟ ਹੋਣ ਦਾ ਖਤਰਾ, ਜਿੰਨਾ ਚਿਰ ਬੰਦਾ ਰਿਲੈਕਸ ਨਹੀਂ ਕਰਦਾ ਮਾਈਂਡ ਨੂੰ, ਨਹੀਂ ਕਰਦਾ, ਉਹਦੀ ਵੀ ਸੇਫਟੀ, ਉਹਦੀ ਵੀ ਸੇਫਟੀ, ਮਟੀਰੀਅਲ ਦੀ ਵੀ ਸੇਫਟੀ, ਵਹੀਕਲ ਦੀ ਵੀ ਸੇਫਟੀ। ਬਿਲਕੁਲ। ਇਹ ਗੱਲਾਂ ਜਿਹੜੀਆਂ ਇਹ ਸਾਰਿਆਂ ਤੇ ਲਾਗੂ ਹੁੰਦਾ, ਚਾਹੇ ਭਾਵੇਂ ਕਰੀਏ ਟੈਕਸੀ ਡਰਾਈਵਰ, ਚਾਹੇ ਭਾਵੇਂ ਕਰੀਏ ਪ੍ਰਾਈਵੇਟ, ਚਾਹੇ ਭਾਵੇਂ ਕਰੀਏ ਬੱਸਾਂ 'ਚ। ਯਾਨੀ ਇੱਕ ਡਰਾਈਵਰ ਦੀ ਡਿਊਟੀ ਸਮੇਂ ਸੀਮਾ ਨਿਰਧਾਰਿਤ ਹੋਣਾ ਚਾਹੀਦਾ। ਇਹ ਨਹੀਂ ਕਿ ਤੁਰੇ ਹੋਏ ਜੀ 15 ਘੰਟੇ 20 ਘੰਟੇ। ਡਰਾਈਵਰ ਵੀ ਇੱਕ ਇਨਸਾਨ ਹੈ, ਉਹ ਕੋਈ ਜਾਨਵਰ ਜਾਂ ਕੋਈ ਮਸ਼ੀਨ ਥੋੜੀ ਨਾ ਹੈ ਕਿ ਉਹਨੂੰ ਦਰਦ ਨਹੀਂ ਹੁੰਦੀ ਹੈ ਜਾਂ ਉਹਨੂੰ ਥਕਾਵਟ ਨਹੀਂ ਹੁੰਦੀ ਹੈ। ਇਹ ਵੀ ਇੱਕ ਸਮਝਣ ਵਾਲੀ ਗੱਲਾਂ ਹੈਗੀਆਂ। ਲੋਕੀ ਐ ਸਟੀਅਰਿੰਗ 'ਚ ਕਿਉਂ ਲੋਕੀ ਫਿਰ ਜੇ ਸਰੀਰ ਨਹੀਂ ਜਵਾਬ ਦਿੰਦੇ ਫਿਰ ਕੀ ਕਰਦੇ ਆ ਲੋਕੀ? ਨਸ਼ਾ ਖਾਣਾ, ਹਾਂ, ਦੂਜੇ ਕੰਮਾਂ ਨੂੰ ਪੈ ਜਾਂਦੇ ਆ। ਭਾਈ ਹੁਣ ਸਰੀਰ ਤੋਂ ਜਵਾਬ ਦੇ ਗਿਆ, ਹੁਣ ਗੱਡੀ ਨੂੰ ਚਲਾਉਣੀ ਹੈ, ਮਾਲ ਨੂੰ ਖਿੱਚਣਾ ਵਾ, ਸਵਾਰੀ ਨੂੰ ਪਹੁੰਚਾਉਣਾ ਵਾ, ਤਾਂ ਉਹ ਗਲਤ ਐਸੇ ਪਾਸੇ ਪੈ ਜਾਂਦੇ। ਇਸ ਕਰਕੇ ਮੇਰੀ ਸਰਕਾਰ ਤੋਂ ਮੰਗ ਹੈ ਕਿ ਇਹਨੂੰ ਡਿਊਟੀ ਸਮੇਂ ਨਿਰਧਾਰਿਤ ਕੀਤਾ ਜਾਵੇ, ਸਾਰਿਆਂ ਵਾਸਤੇ ਲਾਗੂ ਕੀਤਾ ਜਾਵੇ। 8 ਤੋਂ 10 ਘੰਟੇ ਮਿਨੀਮਮ ਡਿਊਟੀ ਹੈ, 24 ਘੰਟੇ ਕਰਨੀ ਚਾਹੀਦੀ ਹੈ। ਅਗਲੀ ਮੰਗ ਇਹਨਾਂ ਦੀ ਡਰਾਈਵਰ ਦੀ ਤਨਖਾਹ 'ਚ ਵਾਧਾ ਕੀਤਾ ਜਾਵੇ। ਡਰਾਈਵਰ ਦਾ ਰੋਜ਼ਾਨਾ ਭੱਤਾ ਤੇ ਖਾਲਸੀ ਇਲਾਕੇ ਦੀ ਮਹਿੰਗਾਈ ਅਨੁਸਾਰ ਦਿੱਤੀ, ਯਾਨੀ ਕਿ ਏਰੀਆ ਦੇ ਹਿਸਾਬ ਨਾਲ। ਏਰੀਆ ਦੇ ਜਿਵੇਂ ਕਿ ਹੁਣ ਦਿੱਲੀ ਤੇ ਮਹਿੰਗਾਈ ਅੱਡ ਨੇ, ਪੰਜਾਬ ਦੇ ਅੱਡ ਨੇ, ਅੰਮ੍ਰਿਤਸਰ ਤੇ ਅੱਡ ਨੇ, ਜਾਂ ਹਿਮਾਚਲ ਪ੍ਰਦੇਸ਼, ਉਹਦੇ ਏਰੀਆ ਦੇ ਹਿਸਾਬ ਨਾਲ ਉਹਨੂੰ ਜਿਹੜਾ ਸੈਲਰੀ TADA ਵਗੈਰਾ ਜਾਂ ਸੈਲਰੀ। ਹਾਂਜੀ ਹਾਂਜੀ, ਠੀਕ ਹੈ ਜੀ। ਅੱਗੇ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਐਂਬੂਲੈਂਸ ਦੀ ਸਹੂਲਤ ਹੋਰ ਵਧਾਈ ਜਾਵੇ। ਕਹਾਂ ਮਿਲਤੀ ਹੈ? ਡਰਾਈਵਰ ਐਕਸੀਡੈਂਟ ਹੋ ਜਾता है। ਤੁਸੀਂ ਦੇਖੋ, ਮੈਂ ਤਾਂ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ, ਤਮਾਮ ਮੇਰੇ ਨਾਲ ਤਕਰੀਬਨ 4 ਲੱਖ ਡਰਾਈਵਰ ਜੁੜੇ ਹੋਏ। ਡਰਾਈਵਰ ਦੀ ਐਕਸੀਡੈਂਟ ਹੋ ਜਾਂਦੀ ਹੈ, ਉਧਰ ਫੋਨ ਕਰ ਦੋ, ਡਰਾਈਵਰ 2-2 ਘੰਟੇ ਐਂਬੂਲੈਂਸ ਪਹੁੰਚਦਾ ਹੀ ਨਹੀਂ। ਲੋਕੀ ਉੱਥੇ ਮਰ ਜਾਂਦੇ, ਤੜਪ ਕੇ ਮਰ ਜਾਂਦੇ। ਹਾਈਵੇ ਤੇ ਦੇਖਿਆ ਕਈ ਵਾਰੀ ਵੀ ਹੁੰਦਾ, ਇਸ ਤਰ੍ਹਾਂ ਮਾਹੌਲ ਬਣਦਾ। ਹਾਂ, ਡਰਾਈਵਰ ਉੱਥੇ ਅੰਦਰ ਫਸਿਆ ਹੋਇਆ ਜਾਂ ਕਿਤੇ ਡਿੱਗਿਆ ਹੋਇਆ, ਕੋਈ ਪੁੱਛਣ ਵਾਲਾ ਨਹੀਂ, ਉੱਥੋਂ ਫੋਨ ਕਰੀ ਜਾ, ਐਂਬੂਲੈਂਸ ਪਹੁੰਚਦਾ ਹੀ ਨਹੀਂ ਹੈਗਾ। ਹੈ
ਕੀ ਹੈ ਭਾਰਤ ਦੀ ਕੀ ਅਰਥ ਵਿਵਸਥਾ ਸਰਕਾਰ ਦੀ ਕੀ ਅਰਥ ਵਿਵਸਥਾ ਹੈ ਮੈਂ ਤਾਂ सीधा सीधा कहना ये पुलिस प्रशासन ਦੀ और सरकार की लापरवाही है कि एक ड्राइवर या कोई भी ਬੰਦਾ ਹੈ ਭਾਵੇਂ ਇੱਕ ਡਰਾਈਵਰ ਦੀ ਨਾ ਵੀ ਗੱਲ ਕਰੀਏ 1 ਮਿੰਟ ਵਾਸਤੇ ਨਾ ਵੀ ਗੱਲ ਕਰੀਏ ਉਹਦੇ ਵਿੱਚ ਆਮ ਯਾਤਰੀ ਵੀ ਹੁੰਦੇ ਨੇ ਆਮ ਸਵਾਰੀਆਂ ਵੀ ਹੁੰਦੀਆਂ ਪਰ ਉੱਥੇ ਆਪਾਂ ਦੇਖਣ ਨੂੰ ਮਿਲਦਾ ਕਿ 2-2 ਘੰਟੇ 3-3 ਘੰਟੇ 1-1 ਘੰਟੇ ਜਿਹੜਾ ਹੈਗਾ ਐਂਬੂਲੈਂਸ ਨਹੀਂ ਪਹੁੰਚਦਾ ਉੱਥੇ ਬੰਦਾ ਮਰ ਜਾਂਦਾ ਕੀ ਬੰਦੇ ਤੇ ਅਹਿਮੀਅਤ ਨਹੀਂ ਅਗਲੀ ਮੰਗ ਹੈ ਇਹਨਾਂ ਦੇ ਵੀ ਡਰਾਈਵਰ ਦੇ ਬੱਚਿਆਂ ਲਈ ਸਰਕਾਰ ਵੱਲੋਂ ਸਕੂਲਾਂ ਵਿੱਚ ਕੋਈ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ ਹਾਂਜੀ ਯਾਨੀ ਕਿ ਜਿਵੇਂ ਆਪਾਂ ਏਸੀ ਵਾਸਤੇ ਚਲਾਉਂਦੇ ਆ ਸ਼ਡਿਊਲ ਕਾਸਟ ਵਾਸਤੇ ਚਲਾਉਂਦੇ ਆ ਇਦਾਂ ਵਿੱਚ ਜਿਹੜਾ ਡਰਾਈਵਰ ਉਹਨੂੰ ਨਾ ਕੁਝ ਉਹ ਘਰ ਤੋਂ ਬਾਹਰ ਰਹਿੰਦਾ 15 दिन ਬਾਹਰ ਰਹਿੰਦਾ ਸਵਾਰੀ ਲੈ ਕੇ ਚੱਲਦਾ ਇੱਕ ਤਰਫ ਤਾਂ ਕਹਤੇ हैं हमारे देश में कि अतिथि देवो भव है अतिथि का सेवा ही तो कर रहा है ड्राइवर सवारियाँ ढो रहा एम्बूलेंस चला रहा फायर ब्रिगेड खाना लेके आ रहा सब कुछ लेके आ रहा ਤੇ ਉਹਦੇ ਬੱਚਿਆਂ ਦੀ ਚਿੰਤਾ ਕੌਣ ਕਰੂਗਾ ਡਰਾਈਵਰ ਦੀ ਕੀ 8000 10000 ਚ ਕੀ ਆਪਣਾ ਬੱਚਾ ਕੀ ਡਰਾਈਵਰ ਪੜ੍ਹਾ ਲੂਗਾ ਆਪਣਾ ਘਰ ਪਾਲ ਲੂਗਾ ਇਸ ਮਹਿੰਗਾਈ ਦੇ ਵਿੱਚ ਉਹਦੇ ਬੱਚਿਆਂ ਵਾਸਤੇ ਵੀ ਕੋਈ ਨਾ ਕੋਈ ਸਕੀਮ ਸਰਕਾਰ ਲਿਆਵੇ ਭਾਵੇਂ ਉਹ ਜਿੱਦਾਂ ਮਰਜ਼ੀ ਕਰੇ ਜਿਸ ਤਰ੍ਹਾਂ ਮਰਜ਼ੀ ਕਰੇ ਉਹ ਕਰੇ ਕੁਛ ਨਾ ਕੁਛ ਉਹਦੇ ਕਾਹਦੀ ਪਾਲਿਸੀ ਉਹਦੇ ਵਾਸਤੇ ਡਰਾਈਵਰ ਵਾਸਤੇ ਬਣਾਵੇ ਇੱਕ ਅਗਲੀ ਮੰਗ ਇਹਨਾਂ ਦੀ ਵੀ ਨੈਸ਼ਨਲ ਹਾਈਵੇ ਹੋ ਗਏ ਜਾਂ ਵੱਡੇ ਐਕਸਪ੍ਰੈਸਵੇ ਹੋ ਗਏ ਉਹਨਾਂ ਦੇ ਹਰ 100 ਕਿਲੋਮੀਟਰ ਦੇ ਉੱਪਰ ਵਿਸ਼ਰਾਮ ਘਰ ਭੋਜਨਾਲय ਰੈਸਟੋਰੈਂਟ ਰਿਪੇਅਰਿੰਗ ਦਾ ਗੱਡੀਆਂ ਦਾ ਤੇਲ ਪਾਣੀ ਚੈੱਕ ਕਰਨ ਦਾ ਹਾਂਜੀ ਹਾਂਜੀ ਇਹ ਮੰਗ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਇਹ ਜਿਹੜਾ ਆਪਾਂ ਦੇਖਦੇ ਹਾਂ ਕਿ ਤੁਸੀਂ ਦੇਖਦੇ ਹੋਣੇ ਆ ਕਿ ਆਪਾਂ 200 ਕਿਲੋਮੀਟਰ ਗੱਡੀ ਲੈ ਕੇ ਜਾ ਰਹੇ ਹਾਂ ਨਾ ਉੱਥੇ ਕੋਈ ਠਹਿਰਨ ਦੀ ਜਗ੍ਹਾ ਹੈ ਨਾ ਕਿਤੇ ਕੋਈ ਗੱਡੀ ਖਰਾਬ ਹੋ ਜਾਵੇ ਉਹਦੇ ਵਾਸਤੇ ਸਰਕਾਰ ਵੱਲੋਂ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਸਰਕਾਰੀ ਗੈਸਟ ਹਾਊਸ ਤੁਸੀਂ ਦੇਖਦੇ ਹੋ ਨਾ ਹਿਮਾਚਲ ਹਰਿਆਣਾ ਟੂਰਿਜ਼ਮ ਕੈ ਬਣਿਆ ਹੋਇਆ ਤੁਸੀਂ ਕਰਨਾਲ ਦੇ ਵਿੱਚ ਦੇਖਿਆ ਹੋਣਾ ਹੋਰ ਵੀ ਕਈ ਥਾਵਾਂ 'ਚ ਬਣੀਆਂ ਹੋਈਆਂ ਇੱਦਾਂ ਦੇ ਕੋਈ ਡਰਾਈਵਰ ਵਾਸਤੇ ਜਿਹੜਾ ਭਾਵੇਂ ਉਹ ਟੈਕਸੀ ਦਾ ਡਰਾਈਵਰ ਹੋਵੇ ਚਾਹੇ ਬੱਸ ਦਾ ਡਰਾਈਵਰ ਹੋਵੇ ਉਹ ਜਾ ਕੇ ਆਪਣੇ ਉਹਨੂੰ ਪਤਾ ਹੋਵੇ ਕਿ ਮੈਨੂੰ ਇੱਥੇ ਸੇਫਟੀ ਹੈ ਮੇਰੀ ਗਾੜੀ ਤੇ ਕੋਈ ਲੁੱਟ ਮਾਰ ਨਹੀਂ ਹੋਣੀ ਹੈ ਮੈਨੂੰ ਕੋਈ ਖੋਵੇਗਾ ਨਹੀਂ ਉਹਨੂੰ ਭੋਜਨਾਲय ਜਿਹੜਾ ਖਾਣਾ ਹੈਗਾ ਉਹ ਡਿਸਕਾਊਂਟ ਰੇਟ ਤੇ ਮਿਲੇ ਔਰ ਉਹਨੂੰ ਠਹਿਰਨ ਦਾ ਉਹਨੂੰ ਬੈਠਣ ਦਾ ਵਿਸ਼ਰਾਮ ਕਰਨ ਦਾ ਉਸ ਤੇ ਸਥਾਨ ਹੋਵੇ ਠੀਕ ਹੈ ਜੀ ਅਗਲੀ ਹੈ ਇਹਨਾਂ ਦੀ 20ਵੀਂ ਮੰਗ ਹੈ ਜੀ ਕੀਮਤ ਦੇ ਨਾਲ ਸਾਰੇ ਟੋਲ ਨਾਕਿਆਂ ਤੇ ਇਸ ਦੇ ਨਿਯਮ ਕਾਨੂੰਨ ਵੀ ਦਰਸਾਏ ਜਾਣ ਤੇ ਨਿੱਜੀ ਅਤੇ ਵਪਾਰਕ ਵਾਹਨਾਂ ਦੀ ਵੱਖਰੀ ਲਾਈਨ ਹੋਣੀ ਚਾਹੀਦੀ ਹਾਂ ਇਹਦਾ ਮਤਲਬ ਹੈ ਕਿ ਜਿਵੇਂ ਪ੍ਰਾਈਵੇਟ ਗੱਡੀਆਂ ਨੇ ਕਮਰਸ਼ੀਅਲ ਵਾਹਨ ਨੇ तो ਉਹਦੀ ਵੱਖਰੀ ਜਿਹੜੀ ਲਾਈਨ ਹੋਣਾ ਚਾਹੀਦਾ ਕਿ ਇਹ ਕਮਰਸ਼ੀਅਲ ਵਾਹਨ ਦੀ ਲਾਈਨ ਹੈ ਯਾਨੀ ਕਮਰਸ਼ੀਅਲ ਵਾਹਨ ਦਾ ਮਤਲਬ ਜਿਵੇਂ ਟਰੱਕਾਂ ਦੀ ਬੱਸਾਂ ਦੀ ਵੱਡੀਆਂ ਗੱਡੀਆਂ ਦੀ ਜਿਨ੍ਹਾਂ ਦੇ ਪੀਲੀਆਂ ਪਲੇਟਾਂ ਨੇ ਜਾਂ ਪੀਲੀਆਂ ਨੰਬਰ ਚੱਲਦੇ ਨੇ ਇੱਥੇ ਲੋਕ ਵੀ ਗਲਤੀ ਕਰਦੇ ਵੀ ਕਾਰਾਂ ਇੱਥੋਂ 100 ਮੀਟਰ ਵਿੱਚ ਖੜੀਆਂ ਨੇ 15 ਜੀ 100 ਮੀਟਰ ਦੇ ਵਿੱਚ 100 ਫੁੱਟ ਦੇ ਵਿੱਚ ਟਰੱਕ ਖੜੇ 2 ਉਹ ਕਾਰ ਵਾਲਾ ਜਾ ਕੇ ਵਿੱਚ ਕੋਸ਼ਿਸ਼ ਕਰਦਾ 2 ਦਾ ਟੋਲ ਟੈਕਸ ਕੱਟਣਾ ਹੈਗਾ ਮੈਂ ਛੇਤੀ ਨਿਕਲ ਜਾਊਂਗਾ ਹਾਂਜੀ ਉਹ ਗਲਤੀ ਨਾਲ ਕੀ ਹੈ ਉਹਦੀ ਗੱਡੀ 'ਚ ਮਾੜੀ ਜੀ ਵੀ ਲੱਗ ਜਾਂਦੀ ਹੈ ਟਰੱਕ ਵਾਲੇ ਜਾਂ ਬੱਸ ਵਾਲੇ ਜਾਂ ਕੁਝ ਨਹੀਂ ਵਿਗੜਦਾ ਪਰ ਗੱਡੀ ਵਾਲੇ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਹ ਗੱਲ ਬਾਕੀ ਹਰੇਕ ਬੰਦੇ ਦੀ ਦੇਖਣ ਵਾਲੀ ਹੈ ਕਦੇ ਵੀ ਟਰੱਕ ਜਾਂ ਬੱਸ ਦੇ ਵਿਚਾਲੇ ਗੱਡੀ ਕੋਸ਼ਿਸ਼ ਨਾ ਕਰੋ ਕੱਲ ਨੂੰ ਨੁਕਸਾਨ ਹੋ ਜਾਂਦਾ ਗੱਡੀ ਸਿੱਧੀ ਹੋ ਜਾਣੀ ਹੈ ਟਰੱਕ ਸਿੱਧਾ ਹੋ ਜਾਣਾ ਪਰ ਜਿਹੜੀ ਲਾਈਫ ਹੈ ਇਹ ਮਨੁੱਖੀ ਜੀਵਨ ਹੈ ਅਨਮੁੱਲਾ ਜੀਵਨ ਹੈ ਇਹ ਦੁਬਾਰੇ ਨਹੀਂ ਮਿਲਣਾ ਹੈਗਾ ਬਿਲਕੁਲ ਜੀ ਬਿਲਕੁਲ ਉਸ ਤੋਂ ਅਗਲੀ ਹੈ ਕੀਮਤ ਔਰ ਦਰ ਸੇ ਮੈਂ ਇਹ ਕਹਿ ਰਿਹਾ ਸੀਗਾ ਟੋਲ ਟੈਕਸ ਦਾ ਕਿ ਜਿਹੜੇ ਉੱਥੇ ਦਾ ਰੂਲ ਔਰ ਕਾਨੂੰਨ ਨੇ ਦਰਸਾਉਣ ਦਾ ਮਤਲਬ ਇਹ ਕਿਹਾ ਗਿਆ ਕਿ ਉਹਦੇ ਵਿੱਚ ਜਿਹੜੇ ਰੂਲ ਨੇ ਕਾਨੂੰਨ ਨੇ ਉਹ ਤੁਸੀਂ ਬੋਰਡ ਤੇ ਲਗਾਓ ਕਿ ਇਹਦੇ ਕੀ ਇਸ ਟੋਲ ਟੈਕਸ ਦੇ ਕੀ ਰੂਲ ਨੇ ਕੀ ਕਾਨੂੰਨ ਨੇ ਕੀ ताकि जनता ਨੂੰ ਆਂਦੇ ਜਾਂਦੇ ਦਿਖੇ ਕਿ ਹਾਂ ਭਈ ਇਹ ਟੋਲ ਟੈਕਸ ਦੇ ਵੀ ਆ ਚੀਜ਼ ਲਿਖਿਆ ਹੋਇਆ ਆ ਇਹਦਾ ਕਾਨੂੰਨ ਹੈ ਵੀ ਆ ਕਮਰਸ਼ੀਅਲ ਲਾਈਨ ਵਿੱਚ ਜੇ ਜਾਓਗੇ ਤਾਂ ਤੁਹਾਡੇ ਤੋਂ ਡਬਲ ਟੋਲ ਟੈਕਸ ਕੱਟਿਆ ਜਾਣਾ ਫਿਰ ਲੋਕ ਹਟਣਗੇ ਹਾਂਜੀ ਠੀਕ ਹੈ ਜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀ ਹਾਊਸਿੰਗ ਸਕੀਮ ਲਾਗੂ ਕੀਤੀ ਜਾਵੇ ਹਾਂਜੀ ਇਹ ਡਰਾਈਵਰਾਂ ਵਾਸਤੇ ਜਿਹੜੇ ਡਰਾਈਵਰ ਬਾਹਰ ਰਹਿੰਦੇ 15-20 ਦਿਨ ਰਹਿੰਦੇ ਆ ਉਹਨਾਂ ਵਾਸਤੇ ਵੀ ਕੋਈ ਸਕੀਮ ਯਾਨੀ ਕਿ ਇਹ ਕੁੱਲ ਮਿਲਾ ਕੇ ਇਹੀ ਹੈ ਕਿ ਇਹ ਡਰਾਈਵਰ ਨੂੰ ਵੀ ਕੋਈ ਪਾਲਿਸੀ ਬਣਾਈ ਜਾਵੇ ਜਿਵੇਂ ਆਮ ਆਪਾਂ ਨਾਗਰਿਕ ਵਾਸਤੇ ਬਣਾਉਂਦੇ ਆ ਉੱਦਾਂ ਵਰਗੇ ਸਕੀਮ ਜਿਹੜੇ ਡਰਾਈਵਰ ਨੂੰ ਵੀ ਵਰਗ ਨੂੰ ਜਿਹੜਾ ਇਹ ਪਿਛੜਿਆ ਹੋਇਆ ਵਰਗ ਹੈ ਜਿਹੜਾ ਬਹੁਤ ਇਹਦੇ ਵਿੱਚ ਗਰੀਬ ਵਰਗ ਹੈ ਉਹਦੇ ਵਾਸਤੇ ਵੀ ਕੋਈ ਸਕੀਮ ਪਾਲਿਸੀ ਬਣੇ ਭਾਵੇਂ ਉਹਦੇ ਵਿੱਚ ਲਾਇਸੈਂਸ ਦੇ ਵਿੱਚ ਕੁਝ ਮੁਆਵਜ਼ਾ ਲਿੱਤਾ ਜਾਵੇ ਕੋਈ ਦਿੱਕਤ ਨਹੀਂ ਹੈ ਮੇਰਾ ਤਾਂ ਇਹੀ ਹੈ ਕਿ ਸਰਕਾਰ ਇਹਦੇ ਵਿੱਚ ਕੋਈ ਪਾਲਿਸੀ ਡਰਾਈਵਰਾਂ ਵੀਰਾਂ ਵਾਸਤੇ ਬਣਾਵੇ ਇੱਕ ਸਭ ਤੋਂ ਜਿਹੜੀ ਅਗਲੀ ਮੰਗ ਹੈ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੰਗ ਹੈ ਕੋਈ ਬੰਦਾ ਡਰਾਈਵਿੰਗ ਕਰ ਰਿਹਾ ਉਹਦੇ ਨਾਲ ਐਕਸੀਡੈਂਟ ਹੋ ਗਿਆ ਉਹ ਅਪੰਗ ਹੋ ਗਿਆ ਉਹਦੇ ਲੱਤ ਤੇ ਫ੍ਰੈਕਚਰ ਹੋ ਗਿਆ ਬਾਂਹ ਤੇ ਹੋ ਗਿਆ ਕਈ ਵਾਰੀ ਐਕਸੀਡੈਂਟ ਆਈ ਲੱਤ ਬਾਂਹ ਕੱਟੀ ਜਾਂਦੀ ਵਿਚਾਰਿਆਂ ਦੀ ਜਦੋਂ ਇੱਕ ਬੰਦੇ ਦੀ ਲੱਤ ਜਾਂ ਬਾਂਹ ਕੱਟੀ ਗਈ ਜਾਂ ਡੈਮੇਜ ਹੋ ਗਈ ਅਪੰਗ ਹੋ ਗਿਆ ਉਹ ਸਾਰੀ ਉਮਰ ਕੋਈ ਕੰਮ ਨਹੀਂ ਕਰ ਸਕਦਾ ਉਹਦੇ ਲਈ ਕੋਈ ਇਸ ਤਰ੍ਹਾਂ ਦੀ ਪਾਲਿਸੀ ਹੋਣੀ ਚਾਹੀਦੀ ਹੈ ਵੀ ਉਹਨੂੰ ਕੋਈ ਹਰ ਮਹੀਨੇ ਸਰਕਾਰ ਵੱਲੋਂ ਆਪਦਾ ਘਰ ਪਰਿਵਾਰ ਤੋਰਨ ਲਈ ਉਹਨੂੰ ਮਦਦ ਮਿਲ ਜੇ ਜੀ ਇਹ ਬਿਲਕੁਲ ਸਹੀ ਤੁਹਾਡੀ ਗੱਲ ਹੈ
ਦੇਸ਼ ਅਗਲੀ ਤੁਹਾਡੀ ਮੰਗ ਹੈ ਦੇਸ਼ ਦੇ ਸਾਰੇ ਰਾਸ਼ਟਰੀ ਰਾਜਮਾਰਗਾਂ ਤੇ ਸਟਰੀਟ ਲਾਈਟਾਂ ਲਗਾਈਆਂ ਜਾਣ। हाँ अंधेरा रहता ना लुट मार होंगी है ना वो ਹਾਂਜੀ लोग अंधेरा देख के गड्डियां लुट लेंदे आ छोटी गड्डियां ਨੂੰ ਅੰਧੇਰੇ 'ਚ ਕਿੱਧਰ ਛੁਪਿਆ ਹੋਇਆ। ਆਹ ਦਿੱਲੀ ਵਾਲਾ ਤੇ ਬੜੇ ਲੁੱਟੇ ਜਾਂਦੇ ਰਾਤ ਹਾਂ ਨੂੰ। ਉਹਦੇ ਵਾਸਤੇ ਜਦੋਂ ਆਪਾਂ ਲਾਈਟ ਹੋਗਾ ਤਾਂ ਆਪਾਂ ਕੋਈ ਸਾਹਮਣੇ ਤਾਂ ਹੋਊਗਾ ਤਾਂ ਦਿਖੂਗਾ ਨਾ ਕਿ ਹਾਂ ਵੀ ਕੌਣ ਆ ਰਿਹਾ। ਅੰਧੇਰਾ ਹੈਗਾ ਕੀ ਦਿਖਦਾ ਗੱਡੀਆਂ ਦੇ ਵੀ ਲਾਈਟ ਵੀ ਕਿਸੇ ਕਿਸੇ ਗੱਡੀਆਂ ਤੇ ਲਾਈਟ ਵੀ ਥੋੜੀ ਹੁੰਦੀ ਹੈ ਜਾਂ ਕੋਈ ਬਾਈਕ ਤੇ ਜਾ ਰਿਹਾ ਹੋਵੇ ਜਾਂ ਕੋਈ ਸਾਈਕਲ ਤੇ ਜਾ ਰਿਹਾ ਹੋਵੇ ਤੇ ਨੈਸ਼ਨਲ ਹਾਈਵੇ ਜਾਂ ਨੈਸ਼ਨਲ ਹਾਈਵੇ ਤੇ ਜਿਹੜਾ ਹੈਗਾ ਉਹ ਸਟਰੀਟ ਲਾਈਟਾਂ ਹੈਗੀਆਂ ਨੇ ਉੱਥੇ ਲੁੱਟ ਮਾਰ ਖੋ ਜ਼ਿਆਦਾ ਹੁੰਦੀ ਹੈ। ਗੱਡੀਆਂ ਲੁੱਟ ਲਿੱਤੀ ਜਾਂਦੀਆਂ ਟਰੱਕਾਂ ਲੁੱਟ ਲਈ ਜਾਂਦੀਆਂ ਨੇ ਨੁਕਸਾਨ ਕਿਹਨੂੰ ਭਰਨਾ ਪੈਂਦਾ ਡਰਾਈਵਰ ਨੂੰ ਭਰਨਾ ਪੈਂਦਾ ਕਿਉਂਕਿ ਕੁਝ ਵੀ ਹੋ ਜਾਵੇ ਡਰਾਈਵਰ ਨੂੰ ਕਸੂਰਵਾਰ ਬਣਾ ਦਿੱਤਾ ਜਾਂਦਾ ਭਾਵੇਂ ਗਲਤੀ ਕੋਈ ਵੀ ਕਰੇ ਆਮ ਜਨਤਾ ਕਰੇ। ਸਵਾਲ ਕੱਟਦਾ ਇਹਦੇ 'ਚ ਆਪਾਂ ਹਾਈਵੇ ਨੂੰ ਛੱਡੋ ਆਪਾਂ ਪਿੰਡ ਨੂੰ ਜਾਂਦੇ ਆਪਦੇ ਨੂੰ ਜੀ ਜੀ ਤਾਂ ਰਸਤੇ 'ਚ ਕਈ ਹੁੰਦਾ ਕਿ ਕਈ ਇਸ ਤਰ੍ਹਾਂ ਦੇ ਮੋੜ ਹੁੰਦੇ ਨੇ ਉੱਥੇ ਆਪਣੇ ਲੋਕਲ ਲੋਕ ਹੀ ਖੜੇ ਹੁੰਦੇ ਆ ਉਹ ਤਕਰੀਬਨ ਹਰ ਦੇਖੀ ਦਾ ਕਿਸੇ ਨਾ ਕਿਸੇ ਤੋਂ ਸੁਣਿਆ ਮੇਰੇ ਨਾਲ ਕਈ ਮੁੰਡੇ ਕਈਆਂ ਦਾ ਮਾਂਜਾ ਲਿਆ ਇਸ ਤਰ੍ਹਾਂ ਉਹ ਜਾ ਰਹੇ ਸੀ ਮੋੜ ਤੇ ਰੋਕ ਲਿਆ ਆ ਵੀ ਲਾ ਲਿਆ ਛੁਰਾ ਕੱਢ ਵੀ ਕੀ ਕੁਛ ਆ ਹੋਇਆ ਬੜੇ ਨਾਲ ਹੋਇਆ। ਪਮਾਲੀ ਤੇ ਇੱਕ ਮੁੰਡਾ ਹੈਗਾ ਸਾਡਾ ਯਾਰ ਦੋਸਤੀ ਉਹਦੇ ਨਾਲ ਵੀ ਹੋ ਗਿਆ ਥੋੜੇ ਦਿਨ ਪਹਿਲੇ ਹੀ ਹੋਇਆ ਉਹ ਰਾਤ ਨੂੰ 1:30 ਵਜੇ ਰਾਤ ਨੂੰ ਚੱਲਿਆ ਸੀ ਛੁੱਟੀ ਕਰਕੇ ਤਾਂ ਉਹਦੇ ਨਾਲ ਕਾਂਡ ਹੋ ਗਿਆ। ਠੀਕ ਹੈ ਜੀ। ਅਗਲੀ ਇਹਨਾਂ ਦੀ ਰਿਸ਼ਵਤਖੋਰੀ ਵਿਰੁੱਧ ਹੈਲਪਲਾਈਨ ਫੋਨ ਕਾਲਾਂ ਦੇ WhatsApp ਦੀ ਸਹੂਲਤ ਨੂੰ ਪੂਰੇ ਭਾਰਤ ਚਾਲੂ ਕੀਤਾ ਜਾਵੇ। ਚਾਲੂ ਕੀਤਾ ਯਾਨੀ ਕਿ ਹੁਣ ਇੱਕ ਡਰਾਈਵਰ ਕਿਸੇ ਮੁਸੀਬਤ ਤੇ ਫਸਿਆ ਹੋਇਆ ਉਹਨੂੰ WhatsApp ਦੀ ਸੁਵਿਧਾ ਦਿਓ ਨਾ ਕਿ ਤੁਰੰਤ ਐਮਰਜੈਂਸੀ ਉਹਨੂੰ ਮੈਨੂੰ ਹੈਲਪ ਚਾਹੀਦਾ ਮੈਨੂੰ ਪੁਲਿਸ ਤੋਂ ਪਹੁੰਚਦੀ ਨਹੀਂ ਟਾਈਮ ਤੇ ਕਿਤੇ ਤੁਸੀਂ ਦੇਖਿਆ ਕਦੇ ਤੁਸੀਂ ਆਮ ਨਾਗਰਿਕ ਨੂੰ ਸਭ ਨੂੰ ਪਤਾ ਵਾ ਕਿ ਟਾਈਮ ਤੇ ਪੁਲਿਸ ਜਲਦੀ ਪਹੁੰਚਦੀ ਨਹੀਂ ਹੈ ਤੇ WhatsApp ਦੇ ਮੰਨ ਲਓ ਕਿ ਹੁਣ ਕਿਤੇ ਕ੍ਰਾਈਮ ਹੋ ਰਿਹਾ ਹੁਣ ਇੱਕ ਡਰਾਈਵਰ ਆਮ ਡਰਾਈਵਰ ਜਿਹੜਾ ਨਾਰਮਲੀ ਫੋਨ ਚਲਾ ਰਿਹਾ ਉਹ ਕਿਹਨੂੰ ਦੱਸੇ ਇੱਕ ਟੋਲ ਫ੍ਰੀ ਨੰਬਰ ਹੋਣਾ ਚਾਹੀਦਾ ਟੋਲ ਫ੍ਰੀ ਨੰਬਰ ਹੋਣਾ ਚਾਹੀਦਾ ਤਾਂ ਕਿ ਮੰਨ ਲਓ ਕਿ ਮੇਰੇ ਨਾਲ ਕੋਈ ਲੁੱਟ ਮਾਰ ਹੋਈ ਹੈ ਜਾਂ ਮੇਰੇ ਨਾਲ ਅਬੈਧ ਅਸੂਲੀ ਹੋਈ ਹੈ ਰਿਸ਼ਵਤਖੋਰੀ ਹੋਈ ਹੈ ਜਾਂ ਕਿਸੇ ਪੁਲਿਸ ਵਾਲੋਂ ਵੱਲੋਂ ਹੋਈ ਹੈ ਕੋਈ ਪ੍ਰਸ਼ਾਸਨ ਵੱਲੋਂ ਹੋਈ ਹੈ ਜਾਂ ਕੋਈ DTO RTO ਵੱਲੋਂ ਹੋਈ ਹੈ ਤੇ ਇੱਕ ਇਹੋ ਜਿਹਾ ਨੰਬਰ ਹੋਵੇ ਜਿਹੜਾ ਕਿ ਡਰਾਈਵਰ ਜਿਹੜਾ ਕੋਈ ਵੀ ਕ੍ਰਾਈਮ ਭ੍ਰਸ਼ਟਾਚਾਰ ਹੋ ਰਿਹਾ ਕੋਈ ਵੀ ਕ੍ਰਾਈਮ ਭ੍ਰਸ਼ਟਾਚਾਰ ਹੋ ਉਹ ਉਸ ਨੰਬਰ ਤੇ ਸਿੱਧਾ ਉਹ ਵੀਡੀਓ ਨੂੰ ਟ੍ਰਾਂਸਫਰ ਕਰੇ। ਠੀਕ ਹੈ। ਅਗਲੀ ਮੰਗ ਹੈ ਜੇਕਰ ਡਰਾਈਵਰ ਨੂੰ ਡਿਊਟੀ ਦੌਰਾਨ ਪਬਲਿਕ ਜਾਂ ਮਾਲਕ ਜਾਂ ਸਰਕਾਰੀ ਅਧਿਕਾਰੀ ਮਾਰਿਆ ਜਾਂਦਾ ਹੈ ਉਹਨੂੰ 7 ਸਾਲ ਦੀ ਸਜ਼ਾ ਜਾਂ 5 ਲੱਖ ਦਾ ਜੁਰਮਾਨੇ ਦਾ ਕਾਨੂੰਨ ਬਣਾਇਆ ਜਾਵੇ। ਇਹਦਾ ਕੀ ਡੈਫੀਨੇਸ਼ਨ ਇਹਦਾ ਮਤਲਬ ਇਹ ਹੈ ਕਿ ਡਰਾਈਵਰ ਨੂੰ ਤੁਸੀਂ ਦੇਖਦੇ ਹੋਣੇ ਆ ਕੁਝ ਵੀ ਹੋ ਗਿਆ ਦੇ ਧੜ अरे पहले पूछ तो लो वो भी इंसान है गलती ना लग गई है कि ਤੁਹਾਡੀ ਗੱਡੀ ਦਾ ਇੰਸ਼ੋਰੈਂਸ ਹੈ ਗੱਡੀ ਤੇ ਲੈ ਲਓ ਕੋਰਟ ਤੇ ਲੜ ਕੇ ਲੈ ਲਓ ਡਰਾਈਵਰ ਨੂੰ ਮਾਰਨ ਦੇ ਜਾਂ ਕੁੱਟਣ ਨਾਲ ਕੋਈ ਫਰਕ ਉਹ ਤੁਹਾਨੂੰ ਮੌਜਾ ਮਿਲ ਜਾਣਾ ਤੁਹਾਨੂੰ ਇਹ ਸਹੀ ਗੱਲ ਹੈ। ਦੇਖਿਆ ਗਿਆ ਕਈ ਥਾਂ ਤੇ ਟਰੱਕ ਨਾਲ ਚਾਹੇ ਬੰਦੇ ਨੇ ਕਾਰ ਮਾਰੀ ਚਾਹੇ ਕੁਝ ਵੀ ਹੋ ਜਾਵੇ। ਹੁਣ ਇੱਕ ਲੁਧਿਆਣੇ 'ਚ ਬੱਸ ਸੀਗੀ ਰੋਂਗ ਸਾਈਡ ਤੋਂ ਬੰਦੇ ਜਾ ਰਹੇ ਜਾ ਕੇ ਬੱਸ 'ਚ ਵੱਜ ਗਏ ਠੀਕ ਹੈ ਜੀ ਬੰਦੇ ਦੀ ਡੈਥ ਹੋ ਗਈ ਸੀ 2 ਦੀ ਮੌਕੇ ਤੇ ਉਹ ਤੁਸੀਂ ਸਭ ਨੇ ਖਬਰ ਸੁਣੀ ਹੋਣੀ ਆ ਉਹ 3 ਸਾਲ ਪੁਰਾਣੀ ਖਬਰ ਹੈ। ਨਹੀਂ ਮੇਰੇ ਨਾਲ ਤਾਂ ਰੋਜ਼ ਹੀ ਅੰਦਰ ਉਹਨੇ ਬੱਸ ਫੂਕਤੀ ਸੀ ਲੋਕਾਂ ਨੇ। ਹਾਂ ਨਹੀਂ ਮੇਰੇ ਨਾਲ ਤਾਂ ਰੋਜ਼ ਹੀ ਮੇਰੇ ਆਈਡੀ ਤੇ ਜੋ ਹੋਇਆ ਉਹਨਾਂ ਦੇ ਘਰੇ ਜੋ ਘਾਟਾ ਨਹੀਂ ਪੂਰਾ ਹੋਣ ਵਾਲਾ ਸੀ ਡੈਥ ਹੋ ਗਈ ਚਲੋ ਪ੍ਰਮਾਤਮਾ ਦੀ ਮਰਜ਼ੀ ਆ ਉਹਦੇ ਨਾਲ ਸਭ ਕੁਝ ਚੱਲਣਾ ਪਰ ਜਦੋਂ ਆਪਾਂ ਰੋਂਗ ਸਾਈਡ ਜਾ ਕੇ ਗਲਤ ਕੰਮ ਕਰਾਂਗੇ ਉਲਟਾ ਉਹਨੂੰ ਜਿਹੜਾ ਸਹੀ ਰਾਹ ਤੇ ਆ ਰਿਹਾ ਉਹਨੂੰ ਪਰੇਸ਼ਾਨ ਕਰਾਂਗੇ ਇਹਦੇ ਵਿੱਚ ਦਾ ਫਿਰ ਮੇਰਾ ਸਿਰਫ ਇੱਕ ਹੀ ਸਵਾਲ ਹੈ गलती इंसान तो होती है परमात्मा तो नहीं होती है इंसान तो होती है ड्राइवर को गलती जो हो गया तो तुसी ਉਹਦਾ मुआवजा लो कानून को जाओ कानून के दरवाजा खटकाओ न्यायालय के दरवाजा खटकाओ। ਇਹਨਾਂ ਦੀ ਮੈਂ ਗੱਲ ਕੱਟ ਰਿਹਾ ਹਾਂ ਅਗਲੀ ਵੀਡੀਓ ਵਿੱਚ ਅਸੀਂ ਇਹੀ ਮੈਂਸ਼ਨ ਕਰਨਾ ਹੈਗਾ ਜੀ ਵੀ ਜੇ ਕਿਸੇ ਨਾਲ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਹਨੇ ਮੁਆਵਜ਼ਾ ਕਿਵੇਂ ਲੈਣਾ ਤੇ ਕਿੱਥੋਂ ਲੈਣਾ ਜ਼ਰੂਰ ਤੁਸੀਂ ਦੇਖਿਓ % ਦੋ। ਹਾਂਜੀ ਅਗਲਾ ਹੈ ਜੀ ਡੀਜ਼ਲ ਪੈਟਰੋਲ ਨੂੰ GST ਨਾਲ ਜੋੜਿਆ ਜਾਵੇ ਇਹ ਤਾਂ ਚਲੋ ਆਪਾਂ ਨਹੀਂ ਕਹਿ ਸਕਦੇ ਇਹ ਤਾਂ ਸਰਕਾਰ ਨੂੰ ਨਹੀਂ ਹਰ ਦੀ ਮੰਗ ਹੈ ਇਹ ਸਾਰੇ ਦੀ ਮੰਗ ਹੈ ਇਹ ਜਨ ਕਲਿਆਣ हेतु है ਇਹ ਸਾਰੇ ਵਾਸਤੇ ਹੈ। ਸਭ ਤੋਂ ਲਾਸਟ ਪਿਛਲੇ ਮਹੀਨੇ 28 29 ਨੂੰ ਸਰਕਾਰ ਨੇ GST ਦੀ ਮੀਟਿੰਗ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਜੋ ਕਿ ਨਤੀਜਾ ਬੇਰਿਜ਼ਲਟ ਰਿਹਾ ਹੈ। ਅਗਲੀ ਮੰਗ ਹੈ ਕੇਂਦਰ ਸਰਕਾਰ ਤੋਂ ਸਮਾਜ ਅਤੇ ਸਰਕਾਰ ਦੇ ਹਿੱਤਾਂ ਵਿੱਚ ਰਾਜ ਸਰਕਾਰ ਸਮਾਜ ਦੇ ਨੀਤੀਆਂ ਨੂੰ ਕੁਚਲਣ ਤੇ ਸੰਵਿਧਾਨ ਭਾਰਤ ਦੇ ਨਿਆਇਕ ਦੀ ਮਰਿਆਦਾ ਨੂੰ ਧਿਆਨ 'ਚ ਰੱਖੇ ਬਿਨਾਂ ਦੇਸ਼ ਵਿੱਚ ਮਿਲਾਵਟਖੋਰੀ ਖਾਣ ਪੀਣ 'ਚ ਜ਼ਹਿਰ ਰਾਈ ਵਪਾਰਕ ਵਾਹਨ ਚਲਾਉਣ ਵਾਲੇ ਡਰਾਈਵਰ ਨੂੰ ਫੜਿਆ ਗਿਆ ਉਹਨਾਂ ਦੇ ਲਾਇਸੈਂਸ ਜਿਹੜੇ ਡਰਾਈਵਰ ਗਲਤ ਕੰਮ ਕਰਦੇ ਆ ਮੈਂ ਡਰਾਈਵਰਾਂ ਵਾਸਤੇ ਲੜ ਰਿਹਾ ਪਰ ਮੈਂ ਨਾਲ ਇਹ ਵੀ ਮੰਗ ਕਰ ਰਿਹਾ ਜੇ ਕਿ ਪੰਜੇ ਉਂਗਲਾਂ ਇੱਕ ਨਹੀਂ ਹੁੰਦੀਆਂ ਕੋਈ ਬੰਦਾ ਕਿਵੇਂ ਅਗਲੇ ਨੇ ਪੰਜੇ ਉਂਗਲਾਂ ਇੱਕ ਨਹੀਂ ਹੁੰਦੀਆਂ ਮਤਲਬ ਕਿਸੇ ਨੇ ਕੋਈ ਨਾ ਕੋਈ ਪੁੱਠਾ ਕੰਮ ਹੀ ਕਰਨਾ ਹੁੰਦਾ ਮੈਂ ਉਹਨੂੰ ਇਹ ਕਹਿੰਦਾ ਜਿਹੜਾ ਕੰਮ ਇਹ ਕਰਦਾ ਫੜਿਆ ਜਾਂਦਾ ਹੈ ਉਹਦਾ ਲਾਇਸੈਂਸ ਰੱਦ ਕਿ ਉਹਦੇ ਤੇ ਫਿਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਹਾਂਜੀ ਕਾਨੂੰਨੀ ਕਾਰਵਾਈ ਉਹਦੇ ਜੋ ਵੀ ਬੰਦਾ ਕਾਨੂੰਨੀ ਕਾਰਵਾਈ ਉਹਦੀ ਲਾਇਸੈਂਸ ਆਜੀਵਨ ਕਾਲ ਵਾਸਤੇ ਰੱਦ ਕੀਤਾ ਆਜੀਵਨ ਕਾਲ ਵਾਸਤੇ ਰੱਦ ਕਰ ਦੋ ਉਹ ਤੇ ਜੋ ਹੁਣ ਉਹ ਮਤਲਬ ਉਹਨੇ ਕ੍ਰਾਈਮ ਕਰਤਾ ਲਾਇਸੈਂਸ ਰੱਦ ਹੋ ਗਿਆ ਉਹ ਜਾ ਕੇ ਸਿਕਿਉਰਿਟੀ ਗਾਰਡ ਲੱਗ ਜੂਗਾ ਉਹਦੀ ਸਿਹਤ ਤੇ ਕੀ ਫਰਕ ਪੈਂਦਾ ਕੀ ਸਿਹਤ ਤੇ ਫਰਕ ਪੈਂਦਾ ਪਰ ਕਹਿੰਦੇ ਮਤਲਬ ਕਿ ਤੁਸੀਂ ਗੱਡੀ ਦੇ ਵਿੱਚ ਕੋਈ ਨਸ਼ੇ ਦਾ ਸਮਾਨ ਕੋਈ ਵੀ ਇਹੋ ਜਿਹਾ ਜਿਹਦੇ ਕਿ ਪਬਲਿਕ ਨੂੰ ਨੁਕਸਾਨ ਹੁੰਦਾ ਹੋਵੇ ਤੁਸੀਂ ਮੰਨ ਲਓ ਮੈਂ ਟਰੱਕ ਚਲਾਉਣਾ ਮੰਨ ਲਓ
ਮੈਂ ਗੱਡੀ ਦੇ ਵਿੱਚ ਕੋਈ ਨਸ਼ੇ ਦਾ ਸਮਾਨ ਭਰ ਲਿਆ ਹੈ ਜਾਂ ਕੋਈ ਇਹੋ ਜਿਹਾ ਇਲੀਗਲ ਮਾਲ ਭਰ ਲਿਆ ਹੈ ਜਿਹਦਾ ਕਿ ਯੂਜ਼ ਕਰਨ ਨਾਲ ਪਬਲਿਕ ਦਾ ਨੁਕਸਾਨ ਹੁੰਦਾ। ਮੇਰੀ ਇੱਕ ਟਰੱਕ ਮਾਲ ਨਾਲ ਲੱਖਾਂ ਆਦਮੀਆਂ ਦੀ ਜ਼ਿੰਦਗੀ ਬਰਬਾਦ ਹੁੰਦਾ ਤਾਂ ਮੈਨੂੰ ਲਾਣਾ ਚਾਹੇ ਇਹੋ ਜਿਹੇ ਟਰੱਕ ਜਾਂ ਇਹੋ ਜਿਹੇ ਮਾਲ ਢੋਂਦਾ ਹੈ ਜੇ ਕਿ ਮੇਰੇ ਇੱਕ ਛੋਟੀ ਜਿਹੀ ਗਲਤੀ ਨਾਲ ਲੱਖਾਂ ਆਦਮੀਆਂ ਦੀ ਜ਼ਿੰਦਗੀ ਬਰਬਾਦ ਹੁੰਦਾ। ਇਹੋ ਜਿਹੇ ਬੰਦਿਆਂ ਦੀ ਜਿਹੜੇ ਹੈਗੇ ਲਾਇਸੈਂਸ ਰੱਦ ਹੋਣਾ ਚਾਹੀਦਾ। ਇਹਦਾ ਮਤਲਬ ਹਾਂਜੀ, ਇਹਨਾਂ ਦਾ ਜਿਹੜੇ 29 ਮੰਗਾਂ ਨੇ ਪ੍ਰਿੰਟ ਕਰਵਾ ਕੇ ਭਾਰਤ ਦੇ ਰਾਸ਼ਟਰਪਤੀ ਜੀ ਨੂੰ, ਭਾਰਤ ਦੇ ਪ੍ਰਾਈਮ ਮਿਨਿਸਟਰ ਨੂੰ, ਚੀਫ ਜਸਟਿਸ ਨੂੰ, ਲੋਕ ਸਭਾ ਸਪੀਕਰ, ਰਾਜ ਸਭਾ ਸਪੀਕਰ, ਭਾਰਤ ਦਾ ਕਾਨੂੰਨ ਮੰਤਰੀ, ਟਰਾਂਸਪੋਰਟ ਮੰਤਰੀ, ਦਿੱਲੀ ਦੇ ਮੁੱਖ ਮੰਤਰੀ, ਦਿੱਲੀ ਦਾ ਰਾਜਪਾਲ, ਦਿੱਲੀ ਦੀ ਵਿਧਾਨ ਸਭਾ, ਝਾਰਖੰਡ ਦਾ ਮੁੱਖ ਮੰਤਰੀ, ਝਾਰਖੰਡ ਦੇ ਟਰਾਂਸਪੋਰਟ ਮੰਤਰੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਉੱਤਰ ਪ੍ਰਦੇਸ਼ ਦੇ ਟਰਾਂਸਪੋਰਟ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦਾ ਰਾਜਪਾਲ, ਪੰਜਾਬ ਦੇ ਚੀਫ ਜਸਟਿਸ, ਪੰਜਾਬ ਵਿਧਾਨ ਸਭਾ ਦਾ ਸਪੀਕਰ, ਪੰਜਾਬ ਦੇ ਟਰਾਂਸਪੋਰਟ ਮੰਤਰੀ, ਭਾਰਤੀ ਗ੍ਰਹਿ ਮੰਤਰਾਲੇ, ਇੱਥੇ ਤੱਕ ਤੁਸੀਂ ਇਹ ਆਪਦੀਆਂ ਚਿੱਠੀਆਂ ਭੇਜੀਆਂ ਹੋਈਆਂ ਨੇ ਜਿਵੇਂ ਤੁਸੀਂ ਦੱਸ ਰਹੇ ਹੋ। ਸਾਰੀਆਂ ਭੇਜੀਆਂ ਹੋਈਆਂ ਜਨਾਬ, ਮੇਰੇ ਕੋਲ ਤਾਂ ਮੈਂ ਨਹੀਂ ਕਹਿ ਰਿਹਾ, ਮੇਰੀ ਚਿੱਠੀਆਂ ਬੋਲ ਰਹੀ ਹੈ, ਮੈਂ ਤਾਂ ਭੇਜ ਚੁੱਕਿਆ ਹੋਇਆ। ਠੀਕ ਹੈ ਜੀ, ਮੇਰੇ ਕੋਲ ਰਿਕਾਰਡ ਪਏ, ਔਨ ਰਿਕਾਰਡ ਪਏ ਨੇ। ਉਹਨਾਂ ਤੋਂ ਤੁਹਾਨੂੰ ਕੋਈ ਕਦੀ ਕੰਟੈਕਟ ਹੋਇਆ, ਕੋਈ ਉਹਨਾਂ ਨੇ ਰਿਸਪੌਂਸ ਦਿੱਤਾ? नहीं है जी, अजय कुछ नहीं, बस यही मैं RTI लगाना होना, जब मैं RTI लगाता हूँ तो उसमें यही जवाब आता है आपका काम प्रोसेस में है, मैंने उसको ट्रांसफर, यानी कि मैं ਤੁਹਾਡੇ ਕੋਲ RTI लगाऊंगा, RTI ਜਾਡੀ ਫਿਰ ਠੋਕ ਦੋ। ਹੁਣ ਕਿੰਨੇ ਲਗਾਉਂਗੇ? 20 ਹੈਗਾ, ਹੁਣ ਇੱਕ ਇੱਕ ਕੰਮ ਤੋਂ ਲੱਗੇ ਨਹੀਂ ਰਹੋਗੇ। ਮੈਂ ਤੁਹਾਡੇ ਕੋਲ ਚਿੱਠੀ ਭੇਜੀ ਹੈ, ਤੁਸੀਂ ਕਹਿੰਦਾ ਉਹਨੂੰ ਭੇਜਦਾ, ਅਗਲਾ ਉਹ ਕਹੂਗਾ ਉਹਨੂੰ ਪੁੱਛੋ, ਉਹਦੇ ਕੋਲ ਲਗਾਉਂਗਾ, ਉਹ ਕਹੇਗਾ ਉਹਨੂੰ ਭੇਜਤਾ, ਉਹਨੂੰ ਪੁੱਛੋ, ਯਾਨੀ ਕਿ ਸਪਸ਼ਟ ਜਵਾਬ ਨਹੀਂ ਦੇਣਾ। ਐਂਡ ਦੇ ਵਿੱਚ ਘੁਮਾ ਫਿਰਾ ਕੇ ਐਂਡ ਦੇ ਵਿੱਚ ਕਹਿਣਾ ਕਿ ਸਰਕਾਰ ਨੇ ਖਾਰਿਜ ਕਰਤਾ। ਕਿੰਨਾ ਟਾਈਮ ਹੋ ਗਿਆ ਤੁਹਾਨੂੰ RTI ਪਾਉਂਦਿਆਂ ਨੂੰ, ਜਾਂ ਇਹ ਮੈਨੂੰ ਤਾਂ ਇਸ ਕੰਮ ਨੂੰ ਕਰਦੇ ਨੇ ਜੀ 5 ਸਾਲ ਹੋ ਗਏ ਜੀ। 5 ਸਾਲ? ਹਾਂ। ਇੱਕ ਮਹੱਤਵਪੂਰਨ ਇੱਕ ਹੋਰ ਕਾਮਯਾਬੀ ਜ਼ਰੂਰ ਮਿਲੀ ਹੈ ਇਸ ਕੰਮ ਦੇ ਕਰਨ ਦੇ ਨਾਲ, ਇੱਕ ਕਾਮਯਾਬੀ ਜ਼ਰੂਰ ਮਿਲੀ ਆਪਾਂ ਨੂੰ। ਉਹ ਕਾਮਯਾਬੀ ਇਹ ਹੈ ਕਿ ਯਾਨੀ ਕਿ ਵੂਮਨ ਰਾਈਟ ਕਮਿਸ਼ਨ ਯਾਨੀ ਕਿ ਮਾਨਵ ਅਧਿਕਾਰ ਨੇ ਇਹ ਮੰਨਿਆ ਕਿ ਹਾਂ ਡਰਾਈਵਰਾਂ ਦੇ ਨਾਲ ਸ਼ੋਸ਼ਣ ਹੋ ਰਿਹਾ, ਅਤਿਆਚਾਰ ਹੋ ਰਿਹਾ। ਉਹਨਾਂ ਦੇ ਤੁਸੀਂ ਵੂਮਨ ਰਾਈਟ ਕਮਿਸ਼ਨ ਦਾ ਸਾਈਟ ਤੇ ਵਿੱਚ ਵੀ ਜਾ ਕੇ ਦੇਖ ਸਕਦੇ ਹੋ। ਮੈਂ ਤੁਹਾਨੂੰ ਸਪੈਸ਼ਲ ਉਹਦਾ ਨੋਟੀਫਿਕੇਸ਼ਨ ਵੀ ਭੇਜ ਦੂੰਗਾ। ਪਹਿਲੇ ਤਾਂ ਸਰਕਾਰ ਮੰਨਣ ਨੂੰ ਤਿਆਰ ਹੀ ਨਹੀਂ ਸੀਗੀ ਕਿ ਭਾਈ ਡਰਾਈਵਰ ਦੇ ਨਾਲ ਕੁਝ ਗਲਤ ਹੋ ਰਿਹਾ। ਯਾਨੀ ਕਿ ਭਾਰਤ ਦਾ ਇੱਕ ਅਲੱਗ ਕਾਰਿਆਲੇ ਹੈ, ਸ਼ਾਇਦ ਤੁਹਾਨੂੰ ਪਤਾ ਵੀ ਹੋਣਾ, ਜਿਵੇਂ ਆਪਾਂ ਭਾਰਤ ਸਰਕਾਰ ਦੀ ਇੱਕ ਸੰਸਥਾ ਹੈ। ਭਾਰਤ ਸਰਕਾਰ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਚੱਲਦੇ ਆ ਗੱਡੀ ਲੈ ਕੇ, ਉਹਨੂੰ ਵੀ ਡਰਾਈਵਰੀ ਲੈ ਕੇ ਜਾਂਦੇ। ਹਾਂਜੀ, ਉਹਨੂੰ ਵੀ ਡਰਾਈਵਰ ਲੈ ਕੇ ਜਾਂਦਾ। ਜਿਹੜਾ ਵੀ ਕੰਮ ਹੈ, ਚਾਹੇ ਐਂਬੂਲੈਂਸ ਹੋ, ਫਾਇਰ ਬ੍ਰਿਗੇਡ ਹੋ, ਪੁਲਿਸ ਦੀ ਗਾੜੀ ਹੋ, ਕੁਝ ਵੀ ਕੰਮ ਹੈ, ਇਹੋ ਜਿਹੀ ਕੋਈ ਵੀ ਕੰਮ ਨਹੀਂ ਹੈ ਕਿ ਜਿਹੜਾ ਕਿ ਜਿਹਦੇ ਵਿੱਚ ਕਿ ਡਰਾइवर ਦੀ ਯੋਗਦਾਨ नहीं है। हर एक जगह में ड्राइवर का योगदान है। मैं देखता हूँ कि लोग की एक चीज़ बड़ी नोटिस करता हूँ, 50 लाख का ड्राइवर गड्डी ते बैठा है या 2 करोड़ या 10 करोड़ च बैठा है, पर वो जीरो बुकत वो जीरो है। जो गड्डी ते बैठा है फिर तो ड्राइवर साहब जो गड्डी ते थल्ले उतरिया नहीं, मालक ने ना तो कुछ पूछना वा, ना कुछ, ना पुलिस ने पूछना वा, ना होटल वाले ने पूछना वा, खाया कि नहीं खाया, सोया कि नहीं सोया, कुछ भी नहीं। तो यानी कि कहने में एक सिस्टम बनना चाहिए। मैं किसी मालक पे या किसी ऊपर आरोप नहीं लगा रहा, पर इन्होंने भी ਮਾਲਕਾਂ ਦਾ ਵੀ ਮੈਂ ਇਹਦੇ ਵਿੱਚ ਮਾਲਕਾਂ ਦਾ ਵੀ ਧੰਨਵਾਦ ਕਰਦਾ। ਹਾਂਜੀ, ਜਿਹੜੇ ਮਾਲਕ ਆਪ ਇੰਨਾ ਅਫੋਰਡ ਨਹੀਂ ਕਰ ਸਕਦੇ। ਚਲੋ ਆਪ ਕਈ ਬਜ਼ੁਰਗ ਨੇ, ਡਰਾਈਵਰ ਮਾਲਕ ਬਜ਼ੁਰਗ ਨੇ, ਅਗਲਾ ਕਹਿੰਦਾ ਯਾਰ ਮੈਂ ਹੁਣ ਐਡਾ ਬਜ਼ੁਰਗ ਆ ਵੀ ਮੈਂ ਚਲ ਡਰਾਈਵਰ ਰੱਖ ਲੈਣਾ। ਉਹ 10,000 ਜਾਂ 12,000 ਜਾਂ 15,000 ਜੋ ਵੀ ਦਿੰਦਾ ਹੈਗਾ, ਉਹ ਉਹਨਾਂ ਦਾ ਧੰਨਵਾਦ ਹੈ ਵੀ ਉਹਦੇ ਨਾਲ ਇੱਕ ਬੰਦੇ ਨੂੰ ਰੁਜ਼ਗਾਰ ਮਿਲ ਰਿਹਾ। ਇਹ ਨੀਤੀਆਂ ਉਹਦੇ ਤੇ ਨਹੀਂ ਲਾਗੂ ਹੋਣੀਆਂ ਚਾਹੀਦੀਆਂ, ਕਿਉਂਕਿ ਉਹ ਇੱਕ ਵਿਚਾਰਾ ਬੰਦਾ ਨਾਰਮਲ ਬੰਦਾ ਹੈ। ਹੁਣ ਮਾਲ ਸਾਹਮਣੇ ਘਰ ਵਾਲੇ ਬੰਦੇ ਆ ਕੋਈ, ਇਹ ਕਹਿੰਦੇ ਜੀ ਸਾਨੂੰ ਇੱਕ ਡਰਾਈਵਰ ਚਾਹੀਦਾ ਮਹੀਨੇ ਲਈ। ਹੁਣ ਆਪਾਂ ਕਹਾਂਗੇ ਜੀ ਮਹੀਨੇ ਲਈ ਸਾਨੂੰ ਇੰਨੀਆਂ ਪਾਲਿਸੀਆਂ ਵਿੱਚ ਸਾਨੂੰ ਚਾਹੀਦਾ। ਨਹੀਂ, ਮੈਂ ਤੁਹਾਡੀ ਗੱਲ यहाँ पे ਰੋਕਣਾ ਚਾਹੁੰਦਾ। ਇਹ ਦੇਖੋ, ਪ੍ਰਾਈਵੇਟ ਡਰਾਈਵਰ ਦੀ ਮੁਸੀਬਤ ਘੱਟ ਨੇ, ਸਿੱਧੀ ਜੀ ਗੱਲ ਦੱਸਦਾ। ਜਿਹੜੇ ਘਰਾਂ ਦੇ ਵਿੱਚ ਕੰਮ ਕਰਦੇ ਆ, ਫੈਕਟਰੀ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੂੰ ਇੰਨੀ ਦਿੱਕਤ ਨਹੀਂ ਹੈਗੀ। ਦਿੱਕਤ ਕਿਹਨੂੰ ਸਭ ਤੋਂ ਜ਼ਿਆਦਾ ਹੈ? ਜਿਹੜੇ ਟੈਕਸੀ ਚਲਾਉਂਦੇ ਨੇ, ਜਾਂ ਜਿਹੜੇ ਬੱਸ ਚਲਾਉਂਦੇ ਨੇ, ਜਿਹੜੇ ਐਂਬੂਲੈਂਸ ਚਲਾਉਂਦੇ ਨੇ, ਜਿਹੜੇ ਟਰੱਕ ਚਲਾਉਂਦੇ ਨੇ, ਉਹਨਾਂ ਨੂੰ ਜ਼ਿਆਦਾ ਪਰੇਸ਼ਾਨੀ ਹੈ। ਪ੍ਰਾਈਵੇਟ ਤਾਂ ਫਿਰ ਵੀ ਕਿਤੇ ਨਾ ਕਿਤੇ ਕੋਈ ਮਾਲਕ ਬਹੁਤ ਚੰਗੇ ਨੇ, ਬਹੁਤ ਵਧੀਆ ਨੇ, ਡਰਾਈਵਰ ਦਾ ਕੇਅਰ ਕਰਦੇ ਨੇ, 50,000 ਉਹਨਾਂ ਨੂੰ ਐਡਵਾਂਸ ਵੀ ਦੇ ਦਿੰਦੇ। ਪ੍ਰਾਈਵੇਟ ਦੇ ਵਿੱਚ ਇੰਨੀ ਸ਼ਿਕਾਇਤ ਨਹੀਂ ਹੈਗੀ। ਜਿਹੜਾ ਸ਼ਿਕਾਇਤ ਟੈਕਸੀ ਵਾਲੇ ਨੂੰ ਹੈ, ਜਿਹੜਾ ਸ਼ਿਕਾਇਤ ਬੱਸ ਵਾਲੇ ਨੂੰ, ਜਾਂ ਐਂਬੂਲੈਂਸ ਵਾਲੀ ਜਾਂ ਠੇਕੇਦਾਰੀ ਪਰਥੇ ਨੂੰ ਹੈ, ਉਹਨਾਂ ਨੂੰ ਜ਼ਿਆਦਾ ਸ਼ਿਕਾਇਤ ਹੈ। ਉਹਨਾਂ ਨੂੰ ਜ਼ਿਆਦਾ ਕੰਪਲੇਨਾਂ ਹੈਗੀਆਂ ਕਿ ਮੇਰੇ ਨਾਲ ਆ ਹੋ ਰਿਹਾ। ਤੁਸੀਂ ਦੇਖ ਰਹੇ ਹੋਣੇ ਕਿ ਮੈਂ ਇੱਕ ਇੰਨੀ ਜਿਹੀ ਘੁੱਟਣੀ ਜਿਹੇ ਕਮਰੇ ਦੇ ਵਿੱਚ ਨਾ ਲੈਟਰਿੰਗ ਨਾ ਬਾਥਰੂਮ ਦੇ, ਤੁਸੀਂ ਪਹਾੜਾਂ 'ਚ ਚਲੇ ਜਾਓ, ਕਿਤੇ ਦੂਰ ਦਰਾਜ ਦੇ ਵਿੱਚ ਚਲੇ ਜਾਓ, ਨਾ ਉੱਥੇ ਨਹਾਉਣ ਦਾ ਸੁਵਿਧਾ, ਨਾ ਖਾਣ ਦਾ ਸੁਵਿਧਾ, ਨਾ ਬੈਠਣ ਦਾ ਸੁਵਿਧਾ, ਨਾ ਮਾਲਕ ਅੰਦਰ ਚਲੇ ਗਏ ਜਾਂ ਗਾੜੀ। ਇਹਨਾਂ ਦੀ ਗੱਲ ਮੈਂ ਘੱਟ ਰਿਹਾ। ਇਹ ਪਿੱਛੇ ਜੇ
ਜੰਮੂ ਕਸ਼ਮੀਰ 'ਚ ਹੋਇਆ ਸੀ ਕਾਂਡ ਜਿੱਥੇ ਇੱਕ ਦੋ ਡਰਾਈਵਰ ਗੱਡੀ 'ਚ ਰਾਤ ਨੂੰ ਐਕਸਪਾਇਰ ਹੋ ਗਏ ਸੀ, ਡੈਥ ਹੋ ਗਈ। वो शिमले चो है शिमले चो है। उन्होंने रहने ਨੂੰ बेचारे ਨੂੰ जगह नहीं देते, वो हाथ जोड़ता रह गया, ਉੱਤੇ बर्फ पै गई और बेचारे दोनों को दोनों होते हैं। ਉਹ ਮਰ ਗਏ, ਮਾਲਕ ਦੇ ਕੋਈ ਮਾਲਕ ਦਾ ਅੰਦਰ ਬੈਠਾ ਹੈ, ਉਹਦੇ ਲਈ ਸਰਕਾਰ ਦੀ ਕੀ ਪਾਲਿਸੀ ਹੈ? ਉਹ ਇੱਕ ਤਰ੍ਹਾਂ ਲੋਕਾਂ ਦੀ ਸੇਵਾ ਹੀ ਕਰ ਰਹੇ ਸੀਗੇ। ਹਾਂਜੀ ਹਾਂਜੀ, ਸਵਾਰੀ ਲੈ ਕੇ ਗਏ ਤਾਂ ਸੇਵਾ ਹੀ ਹੈ। ਸਵਾਰੀ ਲੈ ਕੇ ਗਏ, ਕੰਮ ਸੇਵਾ ਕਰ ਰਿਹਾ, ਹੀ ਡੈਥ ਹੋ ਗਈ, Death ਹੋ ਚਲੋ ਜੀ ਉਹਨੂੰ ਕਿਹਨੇ ਪੁੱਛਣਾ? ਉਹਨੇ ਕਿਹਨੇ ਪੁੱਛਣਾ? तो कहने का मतलब इन्होंने वास्ते भी सरकार कागजात भी सब कुछ हैगा, कागजात भी उन्होंने दिखाता कि हाँ मेरा होटल बनया हुआ है, आ ड्राइवर वास्ते है, वो कागजात भी सब कुछ हैगा। पर ਤੁਸੀਂ ਰੀਅਲ में जाके देखोगे तो कोई ਉੱਥੇ ਡਰਾਈਵਰ ਵਾਸਤੇ ਕੋਈ ਨਾ ਕੋਈ ਲੈਟਰਿੰਗ ਦੀ ਸੁਵਿਧਾ ਹੈ, ਨਾ ਬਾਥਰੂਮ ਦੀ ਸੁਵਿਧਾ ਹੈ, ਨਾ ਜਿਵੇਂ ਹੁਣ ਕੋਈ ਪੰਪਾਂ ਤੇ ਕਿਹਾ ਹੋਇਆ, ਹਾਂਜੀ ਤੁਸੀਂ ਵਾਸ਼ਰੂਮ ਕਿਸੇ ਵੀ ਮਹਿੰਗੇ ਤੋਂ ਮਹਿੰਗੇ ਹੋਟਲ 'ਚ ਤੁਸੀਂ ਵਾਸ਼ਰੂਮ ਫ੍ਰੀ ਵਰਤ ਸਕਦੇ ਹੋ, ਟਾਇਲਟ ਜਾ ਸਕਦੇ ਹੋ। ਤੇ ਉੱਥੇ ਵੀ ਜਿੰਨੇ ਰੈਸਟੋਰੈਂਟ ਨੇ, ਢਾਬੇ ਨੇ ਜਾਂ ਹੋਟਲ ਨੇ, ਉੱਥੇ ਡਰਾਈਵਰਾਂ ਵਾਲੀ ਵੀ ਇੱਕ ਸਾਈਡ ਤੇ ਰੈਸਟ ਰੂਮ ਹੋਣਾ ਚਾਹੀਦਾ। कुछ ना कुछ तो करो ना यार, बेचारा 100-200 किलोमीटर ਗੱਡੀ ਚਲਾ ਕੇ ਆਇਆ, ਉਹ ਵੀ ਇਨਸਾਨ ਹੈ, ਕਿਤੇ ਮਸ਼ੀਨ ਥੋੜੀ ਨਾ, ਉਹਨੂੰ ਰੈਸਟ ਕਰਨ ਨੂੰ ਜਗ੍ਹਾ ਚਾਹੀਦੀ ਹੈ। ਹਾਲਾਂਕਿ ਇਸ ਗੱਲਾਂ ਹੁਣ ਅੱਜ ਐਕਸੀਡੈਂਟ ਤੇ ਘਟਨਾ ਕਿਉਂ ਇੰਨੀ ਵੱਧ ਰਹੀ ਹੈ, ਕਿਉਂ ਅੱਗੇ ਤੋਂ ਅੱਗੇ ਜਿਹੜੀ ਆંકੜੇ ਨੇ ਉਹ ਵੱਧ ਰਹੇ ਨੇ? ਇਹਦੇ ਪਿੱਛੇ ਕਾਰਨ ਹੀ ਇਹੀ ਹੈ, ਜਿਹੜੇ ਆਮ ਆਦਮੀ ਨੇ ਉਹ ਡਰਾਈਵਰ ਦੀ ਆਰਾਮ ਕਰਨ ਦੀ, ਰੈਸਟ ਕਰਨ ਦੀ ਸੁਵਿਧਾ ਦੇ ਬਾਰੇ ਨਹੀਂ ਸੋਚਦੇ ਨੇ। ਮੰਨ ਲਓ ਤੁਸੀਂ 500 ਕਿਲੋਮੀਟਰ ਸਫ਼ਰ ਕਰ ਲਿਆ, ਤੁਸੀਂ ਤਾਂ ਜਾ ਕੇ ਕਮਰੇ 'ਚ ਸੋ ਗਏ, ਤੁਸੀਂ ਉੱਠ ਕੇ ਹੁਣ ਡਰਾਈਵਰ ਨੇ ਮੱਛਰ 'ਚ ਸੋਇਆ ਕਿ ਉਹਨੂੰ ਸੌਣ ਨੂੰ ਮਿਲਿਆ ਨਹੀਂ ਮਿਲਿਆ, ਗਰਮੀ ਹੈ ਬਰਸਾਤ ਹੈ ਕਿਆ ਹੈ, ਪਰ ਉਹਨੂੰ ਸੌਣ ਨੂੰ ਮਿਲਿਆ ਨਹੀਂ ਮਿਲਿਆ। ਤੁਸੀਂ ਸੋ ਕੇ 5 ਘੰਟੇ ਆਰਾਮ ਕਰਕੇ ਸੋ ਕੇ ਤੁਸੀਂ ਆ ਕੇ ਗੱਡੀ 'ਚ ਬਹਿ ਗਏ, ਚੱਲ ਭਾਈ ਹੁਣ ਡਰਾਈਵਰ ਤਾਂ ਥੱਕਿਆ ਹੋਇਆ, ਡਰਾਈਵਰ ਨੇ ਤਾਂ ਸੋਇਆ ਨਹੀਂ, ਉਹ ਤਾਂ ਮੱਛਰ ਖਾ ਗਿਆ ਜਾਂ ਜੋ ਵੀ ਹੈ, ਜਿੱਦਾਂ ਵੀ ਉਹਨੂੰ ਰੈਸਟ ਨਹੀਂ ਮਿਲੀ, ਉਹਨੂੰ ਤਾਂ ਉਹ ਪਰੇਸ਼ਾਨ ਹੋ ਗਿਆ। ਐਂਡ ਦੇ ਵਿੱਚ ਕੀ ਹੋਗਾ? ਉਹ ਆਪਣੇ ਆਪ ਵੀ ਮਰੂਗਾ ਔਰ ਤੁਹਾਨੂੰ ਵੀ ਲੈ ਕੇ ਮਰੂਗਾ। ਕੀ ਫਰਕ ਪੈਂਦਾ? ਤੁਸੀਂ 50,000 ਜਾਂ 10,000 ਜਾਂ 25,000 ਖਰਚੇ, 500 ਰੁਪਏ ਤੁਸੀਂ ਡਰਾਈਵਰ ਦੇ ਉੱਪਰ ਖਰਚਾ ਕਰ ਦੋ ਤਾਂ ਕੀ ਹੋ ਜਾਂਦਾ? ਨਹੀਂ, ਮਾਲਕਾਂ ਤੋਂ ਚਲੋ ਆਪਾਂ ਮਾਲਕਾਂ ਨੂੰ ਇਹ ਬਲੇਮ ਨਹੀਂ ਕਰ ਸਕਦੇ। ਨਹੀਂ ਕਿਉਂ? ਮੈਂ ਮਾਲਕ ਨੂੰ ਨਹੀਂ ਕਹਿ ਰਿਹਾ, ਮੈਂ ਤਾਂ ਯਾਤਰੀ ਨੂੰ ਕਹਿ ਰਿਹਾ, ਮੈਂ ਮਾਲਕ ਨੂੰ ਕਹਿ ਰਿਹਾ, ਮਾਲਕ ਨੂੰ ਨਹੀਂ। ਯਾਤਰੀ ਜਿਹੜੇ ਯਾਤਰੀ ਸਫ਼ਰ ਕਰਦੇ ਨੇ ਗੱਡੀਆਂ ਦੇ ਵਿੱਚ, ਜਿਹੜੇ ਯਾਤਰੀ ਨੇ ਉਹ ਵੀ ਇੱਕ ਤਰ੍ਹਾਂ ਮਾਲਕ ਹੀ ਨੇ ਉਹਦੇ ਡਰਾਈਵਰ ਦੇ। ਹਾਂਜੀ, ਚਾਹੇ ਉਹ ਮਾਲਕ ਹੈ ਚਾਹੇ ਉਹ ਯਾਤਰੀ ਨੇ, ਉਹਨਾਂ ਤੋਂ ਬਿਨਾਂ ਰਿਸਪੌਂਸਿਬਿਲਟੀ ਚਾਹੀਦੀ ਹੈ ਰੈਸਟੋਰੈਂਟ ਵਾਲਿਆਂ ਦੀ। ਬਿਲਕੁਲ, ਜਿੱਥੇ ਜਾ ਕੇ ਰੁਕਦੇ ਨੇ। ਹੁਣ ਦਿੱਲੀ ਆਪਾਂ ਜਾਂਦੇ ਹਾਂ, ਕਿੰਨੇ ਰੈਸਟੋਰੈਂਟ ਨੇ ਜੀ, ਹਰ ਥਾਂ ਦੇ ਡਰਾਈਵਰ ਨੂੰ ਬਣਿਆ ਹੋਵੇ ਵੀ ਆਹ ਡਰਾਈਵਰ ਨੂੰ ਤੁਹਾਡਾ ਬਣਿਆ ਭਾਈ, ਉੱਥੇ ਜਾਓ ਰੈਸਟ ਕਰੋ। ਆਪਾਂ ਮਾਲਕ ਨੂੰ ਨਹੀਂ ਬਲੇਮ ਕਰ ਸਕਦੇ, क्योंकि मालक ने उससे वास्ते वो मांग किया ना, जो कि भोजनालय विश्राम घर उपलब्ध हो, उससे करके मांग गया सीगा कि ड्राइवर ਨੂੰ विश्राम घर भोजनालय हर एक 100 किलोमीटर बाद ड्राइवर ਨੂੰ विश्राम घर भोजनालय उपलब्ध हो। ਹਾਂਜੀ, ਇਹਨਾਂ ਨੇ 1 ਸਤੰਬਰ ਡਰਾਈਵਰ ਦਿਵਸ ਮਨਾਉਣ ਲਈ ਸਰਕਾਰ ਨੂੰ ਜਿਹੜੇ ਮੰਗ ਪੱਤਰ ਦਿੱਤੇ ਨੇ, ਉਹਦੇ 'ਚ ਸ਼੍ਰੀਮਾਨ ਰਾਸ਼ਟਰਪਤੀ ਜੀ ਨੂੰ ਮੰਗ ਪੱਤਰ ਭੇਜਿਆ, ਭਾਰਤ ਸਰਕਾਰ ਦੇ ਟਰਾਂਸਪੋਰਟ ਮੰਤਰੀ ਜੀ ਨੂੰ ਭੇਜਿਆ, PM ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜਿਆ, ਗ੍ਰਹਿ ਮੰਤਰੀ ਭਾਰਤ ਸਰਕਾਰ ਨੂੰ ਭੇਜਿਆ, ਤੇ ਭਾਰਤ ਸਰਕਾਰ ਦੇ ਮੁੱਖ ਨਿਆਂਧੀਸ਼ ਸੁਪਰੀਮ ਕੋਰਟ ਨੂੰ, ਉਹਨਾਂ ਨੂੰ ਵੀ ਇਹਨਾਂ ਮੰਗ ਪੱਤਰ ਭੇਜਿਆ ਵੀ 1 ਸਤੰਬਰ ਨੂੰ ਡਰਾਈਵਰ ਡੇ ਮਨਾਉਣ ਲਈ ਸਰਕਾਰ ਥੋੜਾ ਮੋੜ ਕੋਸ਼ਿਸ਼ ਕਰੇ। ਇਹਨਾਂ ਦੀ ਮੰਗ ਪੱਤਰ 5 ਇੰਡੀਆ ਲੈਵਲ ਤੇ 5 ਦਫ਼ਤਰਾਂ 'ਚ ਪਹੁੰਚ ਚੁੱਕੀ ਹੈ। ਬਾਕੀ ਅੱਗੇ ਦੇਖਦੇ ਹਾਂ ਵੀ ਉਹ ਤੇ ਮੰਗ ਤੇ ਕਿੰਨਾ ਕੁ ਅਸਰ ਹੁੰਦਾ ਹੈਗਾ। ਜੀ ਜੀ, ਤੇ ਬਾਕੀ ਅਸੀਂ ਆਪਦੇ ਵੱਲੋਂ ਡਰਾਈਵਰਾਂ ਨੂੰ ਵੀ ਬੇਨਤੀ ਕਰਦੇ ਹਾਂ, ਤੁਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ, ਸ਼ੇਅਰ ਵੀ ਲਾਈਕ ਕਰੋ, ਕਮੈਂਟਸ ਕਰੋ, ਕਿਉਂਕਿ ਇਹ ਜਿਹੜਾ ਵੀਡੀਓ ਬਣਾਇਆ ਗਿਆ ਹੈ ਤੁਹਾਡੇ ਵਾਸਤੇ ਹੀ ਹੈ। ਸ਼ੇਅਰ ਤਾਂ ਚਲੋ ਕਰ ਦੇਣੀ, ਇਹ ਚੰਗੀ ਲੱਗੀ, ਥੋੜਾ ਜਿਹਾ ਅਮਲ ਕਰੋ। ਡਰਾਈਵਿੰਗ ਕਰਦੇ ਸਮੇਂ ਫੋਨ ਦੀ ਵਰਤੋਂ, ਜੇ ਆਪਾਂ ਇਕੱਲੇ ਜਾ ਰਹੇ ਹਾਂ, ਮੰਨ ਲਓ ਮਾਲਕ ਨਹੀਂ ਹੈ ਨਾਲ ਜਾਂ ਕੋਈ ਖਾਲੀ ਗੱਡੀ ਹੈ, ਉਹਦੇ 'ਚ ਕਾਹਲੀ ਨਾ ਕਰੋ, ਕਿਉਂਕਿ ਜੇ ਆਪਾਂ 10 ਮਿੰਟ ਲੇਟ ਪਹੁੰਚ ਜਾਵਾਂਗੇ ਘਰੇ, ਕੋਈ ਆਫਤ ਨਹੀਂ ਆਉਣ ਲੱਗੀ। ਪਰ ਜੇ ਰਾਹ 'ਚ ਐਕਸੀਡੈਂਟ ਹੋ ਗਿਆ, ਜਿੱਥੇ ਨੀਂਦ ਆ ਰਹੀ ਹੈ, ਤੁਸੀਂ 10 ਮਿੰਟ ਗੱਡੀ ਤੁਹਾਡੇ ਨਾਲ ਹੈ ਨਹੀਂ, ਕੋਈ 10 ਮਿੰਟ ਗੱਡੀ ਸਾਈਡ ਤੇ ਲਾਓ, ਮੂੰਹ ਧੋਵੋ, ਜਾਓ। ਕੱਲ੍ਹ ਨੂੰ ਐਕਸੀਡੈਂਟ ਹੋ ਜਾਂਦਾ ਰਸਤੇ 'ਚ, ਰੱਬ ਨਾ ਕਰੇ, ਗੱਡੀ ਸਿੱਧੀ ਹੋ ਜੂਗੀ, ਮਾਲ ਬਣ ਜੂਗਾ, ਪਰ ਜਿਹੜੀ ਲਾਈਫ ਹੈ ਇਹ ਦੁਬਾਰਾ ਨਹੀਂ ਮਿਲਣੀ। ਇਸ ਲਈ ਥੋੜਾ ਜਿਹਾ ਆਪ ਵੀ ਕੇਅਰ ਕਰਕੇ ਚੱਲੋ। ਇੰਨੀ ਗੱਲ ਕਹਿ ਕੇ ਖਿਮਾ ਦੇ ਜਾਚਕਾਂ, ਜੇ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਨਾ, ਤੇ ਜੇ ਕੋਈ ਕਮੈਂਟ ਬਾਕਸ ਵਿੱਚ ਦੱਸੋ, ਅਸੀਂ ਤੁਹਾਡੀ हर तरह से कोशिश करेंगे, बिल्कुल कोशिश करेंगे। वैसे एक रिक्वेस्ट करूँगा, जितने भी भारतवर्ष के ड्राइवर हैं उनसे एक रिक्वेस्ट, अपनी व्यवसाय के प्रति, अपनी रोजगार के प्रति वफादार होना है, ईमानदार होना है। जैसे कि एक फौजी अपनी डिपार्टमेंट के प्रति वफादार होता है, एक पुलिस महकमा अपनी डिपार्टमेंट के प्रति वफादार होता है। मैं सभी भारतवर्ष के जिन्ने भी साढ़ा समूह अखंड ड्राइवर परिवार है, उदों तो मैं रिक्वेस्ट करदा कि तुसी अपने डिपार्टमेंट दे जिन्ने भी ड्राइवर ने अपने डिपार्टमेंट के नाल प्यार करो,
ਉਹਦਾ ਇੱਜ਼ਤ ਕਰੋ, ਉਹਦੀ ਸਨਮਾਨ ਕਰੋ। ਕੋਈ ਵੀ ਇਹੋ ਜਿਹੇ ਕੰਮ ਨਾ ਕਰੋ ਜੋ ਕਿ ਇੱਕ ਡਰਾਈਵਰ ਦੇ ਨਾਲ ਦੂਸਰੇ ਡਰਾਈਵਰ ਨੂੰ ਕੋਈ ਬਦਨਾਮ ਇਹੋ ਜਿਹਾ ਕਰਨਾ ਪੜੇ। ਠੀਕ ਹੈ, तो कोई भी अपने ड्राइवर दे बदनामी करने वाला गल कोई भी ਇਹੋ ਜਿਹੇ ना करो जो कि ड्राइवर ਨੂੰ ਬਦਨਾਮ ਉਠਾਉਣਾ ਪਵੇ। ਨਹੀਂ ਸਹੀ ਗੱਲ ਹੈ। ठीक है ना जी। ਤੇ ਐਸੇ ਕਰਕੇ ਮੈਂ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ, ਸਾਡੇ 2% ਚੈਨਲ ਨੂੰ ਬਹੁਤ ਬਹੁਤ ਧੰਨਵਾਦ, ਵੀਰ ਜੀ ਨੂੰ ਬਹੁਤ ਬਹੁਤ ਧੰਨਵਾਦ। ਤੇ ਹੱਸਦੇ ਰਹੋ, ਬਸਦੇ ਰਹੋ। ਆਓ ਇੱਕ ਵਾਰ ਬੋਲਦੇ ਆ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ।